ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਦੀ ਪਰਮ ਪਿਆਰੀ ਸਾਧ ਸੰਗਤ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪਾਂ ਸਾਰੀਆਂ ਸੰਗਤਾਂ ਮਿਲ ਕੇ ਕਈ ਦਿਨਾਂ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦੱਖਣੀ ਓਂਕਾਰ ਨਾਮ ਦੇ ਨਾਲ ਜਿਹੜੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਆਪਾਂ ਉਸ ਦਾ ਵਿਚਾਰ ਕਰ ਰਹੇ ਹਾਂ ਕਿ ਸਤਿਗੁਰੂ ਸਾਨੂੰ ਕੀ ਸਮਝਾਉਂਦੇ ਆ। ਆਓ ਆਪਾਂ ਵਿਚਾਰ ਕਰਦੇ ਹਾਂ। ਕੱਲ੍ਹ ਤੱਕ ਜੋ ਕਥਾ ਕੀਤੀ ਸੀ ਉਸ ਤੋਂ ਅੱਗੇ ਆਪਾਂ ਸ਼ੁਰੂ ਕਰਦੇ ਹਾਂ। ਔਰ ਸਤਿਗੁਰੂ ਬਖਸ਼ਿਸ਼ ਕਰਦੇ ਹੈ, ਘਰ ਦਰ ਫਿਰ ਥਾਕੀ ਬਹੁ ਤੇਰੇ, ਜਾਤ ਅਸੰਖ ਅੰਤ ਨਹੀਂ ਮੇਰੇ, ਕੇਤੇ ਮਾਤ ਪਿਤਾ ਸੁਤ ਧੀਆ, ਕੇਤੇ ਗੁਰ ਚੇਲੇ ਫੁਨ ਹੂਆ, ਕਾਚੇ ਗੁਰ ਤੇ ਮੁਕਤ ਨ ਹੂਆ, ਕੇਤੀ ਨਾਰ ਵਰ ਏਕ ਸਮਾਲ, ਗੁਰਮੁਖ ਮਰਨ ਜੀਵਨ ਪ੍ਰਭ ਨਾਲ, ਦੈ ਦਿਸ ਢੂੜ ਘਰੈ ਮੈਂ ਪਾਇਆ, ਮੇਲ ਭਇਆ ਸਤਿਗੁਰੂ ਮਿਲਾਇਆ, ਮੇਲ ਭਇਆ ਸਤਿਗੁਰੂ ਮਿਲਾਇਆ। ਤੋ ਸਾਧ ਸੰਗਤ ਜੀ, ਸਤਿਗੁਰੂ ਇਸ ਪਦ ਦੇ ਵਿੱਚ, ਇਸ ਬੰਧ ਦੇ ਵਿੱਚ ਸਾਨੂੰ ਕੀ ਬਖਸ਼ਿਸ਼ ਕਰਦੇ ਹੈ, ਆਪਾਂ ਵਿਚਾਰ ਕਰਦੇ ਹਾਂ। ਸਤਿਗੁਰੂ ਬਖਸ਼ਿਸ਼ ਕਰਦੇ ਹੈ, ਘਰ ਦਰ ਫਿਰ ਥਾਕੀ ਬਹੁ ਤੇਰੇ। ਇਹ ਸਾਡੀ ਜਿੰਦ ਜਿਹੜੀ ਹੈ ਨਾ, ਸਾਡੀ ਰੂਹ ਜਿਹੜੀ ਹੈ, ਆਪਣੇ ਪੂਰਬਲੇ ਜਨਮਾਂ ਨੂੰ ਚੇਤੇ ਕਰਦੀ ਹੋਈ ਇਹ ਵਿਚਾਰ ਕਰ ਰਹੀ ਹੈ। ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ, ਭਾਈ ਸਾਡੀ ਰੂਹ ਪਤਾ ਨਹੀਂ ਕਿੰਨੇ ਘਰ, ਭਾਵ ਕਿੰਨੇ ਪਤਾ ਨਹੀਂ ਕਿੰਨੇ ਗੁਰੂ ਮੈਂ ਧਾਰਨ ਕੀਤੇ ਹੈ, ਕਿੰਨੇ ਘਰਾਂ ਦੇ, ਕਿੰਨਾ ਦਰਾਂ ਦੇ ਬੂਹੇ ਮੈਂ ਖੜਕਾਏ ਹੈ, ਪਰ ਮੈਂ ਥੱਕ ਗਈ। ਬਹੁਤ ਬੂਹੇ ਖੜਕਾਏ ਪਰ ਮੈਂ ਥੱਕ ਗਈ। ਜਾਤ ਅਸੰਖ ਅੰਤ ਨਹੀਂ ਮੇਰੇ, ਮੈਨੂੰ ਐਸੀ ਕੋਈ ਗਿਆਤ ਨਹੀਂ ਹੈ ਕਿ ਕਿੰਨੇ ਜਨਮ ਸੀ ਮੇਰੇ ਔਰ ਕਿੰਨੇ ਕੀ ਅੰਤ ਸੀ। ਮੈਨੂੰ ਨਹੀਂ ਪਤਾ ਵੀ ਕਿੰਨੇ ਜਨਮ ਸੀ, ਕੋਈ ਅੰਤ ਨਹੀਂ ਸੀ ਇਹਨਾਂ ਦਾ, ਅਨੇਕਾਂ ਹੀ ਜਨਮ ਸੀ। ਫਿਰ ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਵੀ ਇਹ ਰੂਹ ਬਖਸ਼ਿਸ਼ ਕਰਦੀ ਹੈ, ਇਹ ਰੂਹ ਆਪਣੇ ਆਪ ਨੂੰ ਦੱਸਦੀ ਹੈ ਕਿ ਕੇਤੇ ਮਾਤ ਪਿਤਾ ਸੁਤ ਧੀਆ, ਇਹਨਾਂ ਜਨਮਾਂ ਦੇ ਵਿੱਚ ਮੈਂ ਪਤਾ ਨਹੀਂ ਕਿੰਨੇ ਕੁ ਆਪਣੇ ਮਾਪੇ ਬਣਾਏ, ਕਿੰਨੇ ਕੁ ਮੇਰੇ ਪੁੱਤਰ ਪੈਦਾ ਹੋਏ, ਕਿੰਨੇ ਕੁ ਮੇਰੀਆਂ ਧੀਆਂ ਬਣੀਆਂ, ਮੈਨੂੰ ਇਸ ਦਾ ਕੋਈ ਗਿਆਨ ਨਹੀਂ ਹੈ। ਕੇਤੇ ਗੁਰ ਚੇਲੇ ਫੁਨ ਹੂਆ, ਪਤਾ ਨਹੀਂ ਮੈਂ ਇਹਨਾਂ ਜਨਮਾਂ ਦੇ ਵਿੱਚ ਕਿੰਨੇ ਕੁ ਗੁਰੂ ਬਣਾਏ ਔਰ ਕਿੰਨੇ ਕੁ ਮੇਰੇ ਚੇਲੇ ਬਣੇ, ਇਹ ਮੈਨੂੰ ਕੋਈ ਗਿਆਨ ਨਹੀਂ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਆ, ਕਾਚੇ ਗੁਰ ਤੇ ਮੁਕਤ ਨਾ ਹੂਆ, ਕਹਿੰਦੇ ਵੀ ਮੈਂ ਗੁਰੂ ਤਾਂ ਬਥੇਰੇ ਧਾਰੇ, ਸੰਸਾਰ ਦੇ ਵਿੱਚ ਮੈਂ ਬਥੇਰੇ ਕਰਮ ਵੀ ਕੀਤੇ, ਚੇਲੇ ਵੀ ਮੇਰੇ ਬਥੇਰੇ ਬਣੇ, ਪਰ ਗੁਰੂ ਸਾਹਿਬ ਕਹਿੰਦੇ ਆ ਵੀ ਕਾਚੇ ਗੁਰ ਤੇ ਮੁਕਤ ਨਾ ਹੋਆ, ਜਿੰਨੇ ਵੀ ਗੁਰੂ ਮੈਨੂੰ ਮਿਲੇ ਉਹ ਸਾਰੇ ਕੱਚੇ ਹੀ ਮਿਲੇ, ਤੇ ਮੇਰੀ ਰੂਹ ਕੱਚੇ ਗੁਰੂ ਤੋਂ ਕਿਸੇ ਨੇ ਵੀ ਮੁਕਤ ਕਰਨ ਦੀ ਸ਼ਕਤੀ ਮੈਨੂੰ ਨਹੀਂ ਪ੍ਰਾਪਤ ਹੋਈ, ਮੈਂ ਮੁਕਤ ਨਹੀਂ ਹੋ ਸਕੀ। ਅੱਗੇ ਗੁਰੂ ਸਾਹਿਬ ਕਹਿੰਦੇ ਆ, ਕੇਤੀ ਨਾਰ ਵਰ ਏਕ ਸਮਾਲ, ਗੁਰਮੁਖ ਮਰਨ ਜੀਵਨ ਪ੍ਰਭ ਨਾਲ। ਹੁਣ ਸਤਿਗੁਰੂ ਬਖਸ਼ਿਸ਼ ਕਰਦੇ ਆ ਵੀ ਇਸ ਸੰਸਾਰ ਦੇ ਉੱਤੇ ਇੱਕ ਪਰਮ ਪਿਤਾ ਪਰਮਾਤਮਾ ਦੀਆਂ ਪਤਾ ਨਹੀਂ ਕਿੰਨੀਆਂ ਕੁ ਨਾਰਾਂ, ਸਾਰੇ ਸੰਸਾਰ ਦੀਆਂ ਜਿੰਨੀਆਂ ਵੀ ਰੂਹਾਂ, ਜਿੰਨੇ ਵੀ ਜੀਵ ਹੈ, ਉਹਨਾਂ ਦਾ ਖਸਮ ਜਿਹੜਾ ਹੈ ਉਹ ਪਰਮ ਪਿਤਾ ਪਰਮਾਤਮਾ ਹੈ।
ਔਰ ਇਸ ਸੰਸਾਰ ਦੇ ਉੱਤੇ ਬਾਕੀ ਸਾਰੇ ਸੰਸਾਰ ਦੀਆਂ ਰੂਹਾਂ ਜਿਹੜੀਆਂ, ਸਾਰੇ ਜੀਵ ਜਿਹੜੇ ਹੈ ਉਹ ਪਰਮਪਿਤਾ ਪਰਮਾਤਮਾ ਦੀਆਂ ਨਾਰਾਂ ਹੈ, ਪਤਨੀਆਂ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਗੁਰਮੁਖ ਮਰਨ ਜੀਵਨ ਪ੍ਰਭ ਨਾਲ। ਤੇ ਜਿਹੜੀਆਂ ਰੂਹਾਂ ਪਰਮਾਤਮਾ ਦੀ ਸ਼ਰਨ ਹੋ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਗੁਰਮੁਖ ਹੋ ਜਾਂਦੀਆਂ, ਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਉਹਨਾਂ ਦਾ ਜੀਵਨ ਵੀ ਤੇ ਉਹਨਾਂ ਦਾ ਮਰਨ ਵੀ ਉਹ ਪਰਮਾਤਮਾ ਦੇ ਨਾਲ ਹੁੰਦਾ ਹੈ। ਉਹ ਪਰਮਾਤਮਾ ਦੀ ਰਜ਼ਾ ਨੂੰ ਮੰਨਦੀਆਂ, ਜਿਵੇਂ ਪਰਮਾਤਮਾ ਦਾ ਹੁਕਮ ਹੁੰਦਾ ਉਹ ਉਵੇਂ ਕਰਦੀਆਂ। ਉਹ ਆਪਣੇ ਜੀਵਨ ਦੇ ਵਿੱਚ ਮਤਲਬ ਕੋਈ ਦੁੱਖ ਨਹੀਂ ਪਾਉਂਦੀਆਂ। ਉਹ ਜਨਮ ਲੱਗੀਆਂ ਵੀ ਕੋਈ ਸੁੱਖ ਨਹੀਂ ਮਨਾਉਂਦੀਆਂ ਔਰ ਮਰਨ ਲੱਗੀਆਂ ਵੀ ਦੁੱਖ ਨਹੀਂ ਮਨਾਉਂਦੀਆਂ, ਕਿਉਂਕਿ ਉਹਨਾਂ ਨੂੰ ਪਰਮਪਿਤਾ ਪਰਮਾਤਮਾ ਦਾ ਸੰਗ ਹੁੰਦਾ ਹੈ, ਪਰਮਾਤਮਾ ਉਹਨਾਂ ਦੇ ਨਾਲ ਹੁੰਦਾ ਹੈ ਔਰ ਉਹਨਾਂ ਦਾ ਜੀਵਨ ਜਿਹੜਾ ਪਰਮਾਤਮਾ ਦੇ ਨਾਲ ਹੀ ਚੱਲਦਾ ਹੈ, ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲਦਾ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਹੈ ਦੈ ਦਿਸ ਢੂੜ ਘਰੇ ਮੈਂ ਪਾਇਆ। ਕਹਿੰਦੇ ਵੀ ਇਹਨਾਂ ਅਨੇਕਾਂ ਜਨਮਾਂ ਦੇ ਵਿੱਚ ਮੈਂ 10 ਦਿਸ਼ਾਵਾਂ ਦੇ ਵਿੱਚ ਲੱਭਦਾ ਫਿਰਦਾ ਰਿਹਾ ਪਰਮਾਤਮਾ ਨੂੰ, ਪਰ ਪਰਮਾਤਮਾ 10 ਦਿਸ਼ਾਵਾਂ 'ਚ ਮੈਨੂੰ ਕਿਤੇ ਨਹੀਂ ਮਿਲਿਆ ਤਾਂ ਗੁਰੂ ਦੀ ਕਿਰਪਾ ਨਾਲ ਘਰੇ ਹੀ ਮਿਲ ਗਿਆ। ਮੈਨੂੰ ਆਪਣੇ ਅੰਤਰ ਹਿਰਦੇ ਦੇ ਵਿੱਚ ਹੀ ਮਿਲ ਗਿਆ, ਮੈਨੂੰ ਆਪਣੀ ਕਾਇਆ ਦੇ ਵਿੱਚ ਹੀ ਮਿਲ ਗਿਆ, ਮੈਨੂੰ ਆਪਣੀ ਸਰੀਰ ਦੇ ਵਿੱਚ ਹੀ, ਦੇਹ ਦੇ ਵਿੱਚ ਹੀ ਪਰਮਪਿਤਾ ਪਰਮਾਤਮਾ ਮਿਲ ਗਿਆ। ਬਾਹਰ ਜਾਣ ਦੀ ਲੋੜ ਨਹੀਂ ਪਈ। ਅੱਗੇ ਗੁਰੂ ਸਾਹਿਬ ਕਹਿੰਦੇ ਆ ਮੇਲ ਭਇਆ ਸਤਿਗੁਰੂ ਮਿਲਾਇਆ। ਤੇ ਕਹਿੰਦੇ ਵੀ ਇਹ ਮਿਲਨ ਹੋਇਆ ਕਿਵੇਂ? ਮੇਰੇ ਜ਼ੋਰ ਨਾਲ ਨਹੀਂ ਹੋਇਆ, ਮੇਰੇ ਤੇ ਵਾਹਿਗੁਰੂ ਦੀ ਕਿਰਪਾ ਹੋਈ, ਸਤਿਗੁਰੂ ਦੀ ਕਿਰਪਾ ਹੋਈ। ਸਤਿਗੁਰੂ ਨੇ ਕਿਰਪਾ ਕਰਕੇ ਮੈਨੂੰ ਉਸ ਪਰਮਪਿਤਾ ਪਰਮਾਤਮਾ ਨਾਲ ਮਿਲਾ ਦਿੱਤਾ, ਮੈਨੂੰ ਰਸਤਾ ਦੱਸ ਦਿੱਤਾ, ਮੈਨੂੰ ਵੱਲ ਦੱਸ ਦਿੱਤਾ, ਮੈਨੂੰ ਜੁਗਤ ਦੱਸਤੀ, ਮੈਨੂੰ ਨਾਮ ਸਿਮਰਨ ਕਰਨ ਦਾ ਜਿਹੜਾ ਸੀਗਾ, ਯੋਗ ਕਰਨ ਦਾ ਜੁਗਤ ਜਿਹੜੀ ਸੀ, ਸਿਮਰਨ ਕਰਨ ਦੀ ਜਿਹੜੀ ਜੁਗਤ ਸੀ, ਉਹ ਸਤਿਗੁਰੂ ਨੇ ਆਪਣੇ ਆਪ ਹੀ ਮੈਨੂੰ ਦੱਸ ਦਿੱਤੀ। ਮੈਨੂੰ ਕਿਤੋਂ ਪੁੱਛਣ ਦੀ ਲੋੜ ਨਹੀਂ ਪਈ, ਮੇਰੇ ਤੇ ਕਿਰਪਾ ਕੀਤੀ ਸਤਿਗੁਰੂ ਨੇ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ। ਅਗਲਾ ਬੰਦ ਹੈ, ਹੁਣ ਕੀ ਬਖਸ਼ਿਸ਼ ਕਰਦੇ ਆ ਆਓ ਆਪਾਂ ਵਿਚਾਰ ਕਰਦੇ ਹਾਂ। ਗੁਰਮੁਖ ਗਾਵੇ ਗੁਰਮੁਖ ਬੋਲੇ, ਗੁਰਮੁਖ ਤੋਲ ਤੁਲਾਵੇ ਤੋਲੇ, ਗੁਰਮੁਖ ਆਏ ਜਾਏ ਨਿਸੰਗ, ਪਰ ਹਰ ਮੈਲ ਜਲਾਏ ਕਲੰਕ, ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਮੰਜਣ ਚੱਜ ਅਚਾਰ, ਗੁਰਮੁਖ ਮਜਣ ਚੱਜ ਅਚਾਰ, ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ, ਨਾਨਕ ਗੁਰਮੁਖ ਪਾਵੈ ਪਾਰ, ਨਾਨਕ ਗੁਰਮੁਖ ਪਾਵੈ ਪਾਰ। ਹੁਣ ਸਤਿਗੁਰੂ ਇਸ ਬੰਦ ਦੇ ਵਿੱਚ ਸਾਨੂੰ ਕੀ ਬਖਸ਼ਿਸ਼ ਕਰਦੇ ਆ? ਕਹਿੰਦੇ ਵੀ ਜਿਹੜੀ ਰੂਹ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਤੋਂ ਜੋਗ ਜੁਗਤ ਲੈ ਕੇ ਨਾਮ ਸਿਮਰਨ ਕਰਦੀ ਆ, ਉਸ ਨੂੰ ਸਤਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਮਿਲਨ ਹੋ ਜਾਂਦਾ ਹੈ ਔਰ ਉਹ ਰੂਹ ਜਿਹੜੀ ਹੈ ਗੁਰਮੁਖ ਹੋ ਜਾਂਦੀ ਹੈ। ਗੁਰੂ ਦੀ ਮੱਤ ਨੂੰ ਮੰਨਣ ਵਾਲੀ, ਗੁਰੂ ਦੇ ਮੁਖ ਨੂੰ ਆਪਣੇ ਸਾਹਮਣੇ ਹਮੇਸ਼ਾ ਆਪਣੇ ਹਿਰਦੇ ਦੇ ਵਿੱਚ ਸਮਾਉਣ ਵਾਲੀ, ਰੱਖਣ ਵਾਲੀ, ਗੁਰੂ ਨੂੰ ਹਮੇਸ਼ਾ ਧਿਆਨ ਕਰਨ ਵਾਲੀ, ਗੁਰੂ ਨੂੰ ਸੁਰਤੀ ਦੇ ਵਿੱਚ ਵਸਾਉਣ ਵਾਲੀ, ਹਿਰਦੇ 'ਚ ਵਸਾਉਣ ਵਾਲੀ ਜਿਹੜੀ ਰੂਹ ਹੈ ਉਹ ਗੁਰਮੁਖ ਹੋ ਜਾਂਦੀ ਹੈ। ਤੇ ਫਿਰ ਗੁਰਮੁਖ ਕੀ ਕਰਦਾ? ਕਹਿੰਦੇ ਵੀ ਗੁਰਮੁਖ ਗਾਉਂਦਾ ਹੈ ਪਰਮਾਤਮਾ ਦਾ ਨਾਮ, ਗੁਰਮੁਖ ਗਾਵੇ। ਗੁਰਮੁਖ ਜਿਹੜੀ ਰੂਹ ਹੋ ਜਾਂਦੀ ਹੈ ਉਹ ਪਰਮਾਤਮਾ ਦਾ ਨਾਮ ਗਾਉਂਦਾ ਹਮੇਸ਼ਾ 24 ਘੰਟੇ ਦਿਨ ਰਾਤ ਆਪਣੇ ਹਿਰਦੇ ਦੇ ਵਿੱਚ ਬੋਲ ਕੇ ਵੀ, ਅਜਪਾ ਜਪ ਵੀ, ਸਹਿਜ ਧੁਨ ਦੇ ਵਿੱਚ ਵੀ, ਜਿਵੇਂ ਉਸ ਦੀ ਅਵਸਥਾ ਬਣਦੀ ਹੈ ਉਸੇ ਤਰ੍ਹਾਂ ਉਹ ਪਰਮਾਤਮਾ ਦਾ ਨਾਮ ਗਾਉਂਦਾ। ਤੇ ਗੁਰੂ ਸਾਹਿਬ ਕਹਿੰਦੇ ਆ ਗੁਰਮੁਖ ਬੋਲੇ। ਤੇ ਉਹ ਬੋਲਦਾ ਤੇ ਕੀ ਬੋਲਦਾ? ਵਾਹਿਗੁਰੂ 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 ਵਾਹਿਗੁਰੂ। ਗੁਰੂ ਦੀ ਮੱਤ ਬੋਲਦਾ। ਗੁਰੂ ਦੇ ਮੱਤ ਦੇ ਇਲਾਵਾ ਪਾਪ ਕਰਮ ਦੀ ਕੋਈ ਗੱਲ ਨਹੀਂ ਕਰਦਾ, ਸੰਸਾਰ ਦੀ ਕੋਈ ਗੱਲ ਨਹੀਂ ਕਰਦਾ, ਹਉਮੈ ਹੰਕਾਰ ਦੀ ਕੋਈ ਗੱਲ ਨਹੀਂ ਕਰਦਾ। ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੋਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਇਹ ਬੇਨਤੀ ਕਰਦਾ ਨਾ, ਸੱਚੇ ਪਾਤਸ਼ਾਹ ਭਾਵੇਂ ਮੈਂ ਜਾਣਦਾ ਪਰ ਤੂੰ ਮੇਰੇ ਤੇ ਕਿਰਪਾ ਕਰੀ, ਮੈਨੂੰ ਇਹ ਸਮਝਾ ਦੀ ਕਿ ਉਹ ਪਰਮਪਿਤਾ ਪਰਮਾਤਮਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਦਾਣਾ ਪਾਣੀ ਦਿੰਦਾ ਹੈ, ਖਾਣ ਪੀਣ ਦਾ, ਰਿਜ਼ਕ ਦਾ ਪ੍ਰਬੰਧ ਕਰਦਾ ਹੈ, ਸੱਚੇ ਪਾਤਸ਼ਾਹ ਉਸ ਦਾ ਜਿਹੜਾ ਜੋ ਵੀ ਭੇਦ ਹੈ ਉਹ ਮੈਨੂੰ ਸਮਝਾ ਦੇ। ਇਸ ਤਰ੍ਹਾਂ ਨਾਲ ਬੋਲਦਾ ਉਹ ਗੁਰਮੁਖ। ਹੁਣ ਗੁਰਮੁਖ ਤੋਲ ਤੁਲਾਵੇ ਤੋਲੇ, ਗੁਰਮੁਖ
ਤੋਲ ਤਲਾਵੈ ਤੋਲੈ, ਭਾਵ ਤੋਲ ਕੀ ਆਪਣੀ ਜ਼ਿੰਦਗੀ ਦੇ ਵਿੱਚ ਉਹੀ ਕਰਮ ਕਰਦਾ ਜਿਹੜੇ ਸੱਚ ਵਾਲੇ ਹੁੰਦੇ ਆ। ਤੋਲ ਕੇ ਵੇਖ ਕੇ ਪੜਤਾਲ ਕਰਕੇ ਕਿ ਆਹ ਕਰਮ ਸ਼ੁਭ ਹੈ, ਆਹ ਸੱਚ ਵਾਲਾ ਹੈ, ਆਹ ਕਰਮ ਕੂੜ ਵਾਲਾ ਹੈ। ਜਿਹੜਾ ਕੂੜ ਵਾਲਾ ਹੁੰਦਾ ਉਹਨੂੰ ਪਰੇ ਰੱਖ ਦਿੰਦਾ, ਤੋਲਦਾ ਹੈ, ਕੂੜ ਨੂੰ ਤੋਲਦਾ, ਸੱਚ ਨੂੰ ਤੋਲਦਾ, ਅਤੇ ਸੱਚ ਵਾਲੇ ਕਰਮ ਉਹ ਗੁਰੂ ਦੀ ਕਿਰਪਾ ਨਾਲ ਕਰਦਾ ਹੈ। ਅਤੇ ਤੁਲਾਵੈ, ਗੁਰਮੁਖ ਆਪ ਵੀ ਤੋਲਦਾ ਹੈ ਅਤੇ ਆਪਣੇ ਸੰਗੀਆਂ ਸਾਥੀਆਂ ਨੂੰ, ਸੰਗਤ ਨੂੰ ਵੀ ਗੱਲ ਸਮਝਾ ਕੇ ਨਾਮ ਸਿਮਰਨ ਕਰਾ ਕੇ ਉਹਨਾਂ ਤੋਂ ਵੀ ਤੋਲ ਸੱਚ ਦਾ ਤੁਲਵਾਉਂਦਾ ਹੈ। ਤੁਲਾਵੈ ਤੋਲ, ਸੰਗਤਾਂ ਤੋਂ ਵੀ ਤੋਲ ਤਲਾਉਂਦਾ ਪਰਮਾਤਮਾ ਦੇ ਨਾਮ ਦਾ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਗੁਰਮੁਖ ਆਵੈ ਜਾਏ ਨਸੰਗ, ਪਰ ਹਰ ਮੈਲ ਜਲਾਏ ਕਲੰਕ। ਸਾਧ ਸੰਗਤ ਜੀ, ਸਾਨੂੰ ਇਸ ਸੰਸਾਰ ਦੇ ਵਿੱਚ ਜਿੰਨੀਆਂ ਵੀ ਰੂਹਾਂ, ਜਿੰਨੇ ਵੀ ਜੀਵ ਹੈ, ਉਹਨਾਂ ਨੂੰ ਪਰਮਾਤਮਾ ਨੇ ਇੱਕ ਵਿਧਾਨ ਲਾਇਆ ਹੋਇਆ ਕਿ ਜਿਹੜੀ ਰੂਹ ਇਸ ਸੰਸਾਰ ਦੇ ਵਿੱਚ ਆਏਗੀ ਉਹ ਵਾਪਸ ਜ਼ਰੂਰ ਜਾਏਗੀ। ਜਿਸ ਦਾ ਜਨਮ ਹੋ ਗਿਆ ਉਸ ਦਾ ਮਰਨ ਜ਼ਰੂਰ ਹੋਏਗਾ, ਔਰ ਉਸ ਦੇ ਕਰਮਾਂ ਦਾ ਹਿਸਾਬ ਜਿਹੜਾ ਹੈ ਪਰਮ ਪਿਤਾ ਪਰਮਾਤਮਾ ਦੁਆਰਾ ਦੇ ਹੁਕਮ ਦੁਆਰਾ ਧਰਮ ਰਾਜ ਦੇ ਦੁਆਰੇ 'ਤੇ ਹੋਏਗਾ। ਹੁਣ ਗੁਰੂ ਸਾਹਿਬ ਕਹਿੰਦੇ ਆ, ਭਾਈ ਜਿਹੜਾ ਗੁਰਮੁਖ ਹੋ ਜਾਂਦਾ ਨਾ, ਉਹ ਆਮ ਸੰਸਾਰ ਦੇ ਬੰਦਿਆਂ ਵਾਂਗੂ ਆਉਂਦਾ ਜਾਂਦਾ ਜ਼ਰੂਰ ਹੈ, ਪਰ ਉਹ ਨਿਸ਼ੰਗ ਹੋ ਕੇ ਆਉਂਦਾ ਜਾਂਦਾ ਹੈ। ਕਿਉਂਕਿ ਆਉਂਦਾ ਤਾਂ ਪਰਮਾਤਮਾ ਦੇ ਨਾਮ ਦੇ ਸਿਮਰਨ ਦੇ ਸਦਕਾ ਆਉਂਦਾ ਹੈ, ਅਤੇ ਜਾਂਦਾ ਤਾਂ ਪਰਮਾਤਮਾ ਦੇ ਨਾਮ ਦੇ ਸਿਮਰਨ ਦੀ ਪੂੰਜੀ ਲੈ ਕੇ ਪਰਮਾਤਮਾ ਦੇ ਦੁਆਰੇ ਦੇ ਪਹੁੰਚੇ। ਉਹਨੂੰ ਕੋਈ ਡਰ ਨਹੀਂ ਹੁੰਦਾ, ਉਹਨੂੰ ਕੋਈ ਭੈ ਨਹੀਂ ਹੁੰਦੀ, ਉਹਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਨਾਮ ਦੀ ਪੂੰਜੀ ਇਕੱਠੀ ਕਰਕੇ ਪਰਮਾਤਮਾ ਦੇ ਦੁਆਰੇ 'ਤੇ ਜਾ ਰਿਹਾ। ਮੇਰਾ ਪਰਮਾਤਮਾ ਜਿਹੜਾ ਸਤਿਕਾਰ ਕਰੂਗਾ, ਮਾਣ ਬਖਸ਼ੂਗਾ ਮੈਨੂੰ, ਇਹ ਨਾਮ ਦੀ ਜਿਹੜੀ ਮੈਂ ਬਖਸ਼ਿਸ਼ ਲੈ ਚੱਲਿਆ ਹੈ, ਇਹ ਵੇਖ ਕੇ ਪਰਮਾਤਮਾ ਮੇਰੇ 'ਤੇ ਬੜਾ ਖੁਸ਼ ਹੋਏਗਾ। ਗੁਰੂ ਸਾਹਿਬ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਪੰਡ ਜੇ ਕੋ ਕਥੈਤ ਅੰਤ ਨਾ, ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇਂ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ। ਇਹ ਪਰਮਾਤਮਾ ਜਿਹੜਾ ਫਿਰ ਇਹਨਾਂ ਰੂਹਾਂ ਨੂੰ ਵੇਖ ਕੇ ਵਿਕਸਦਾ ਹੈ, ਖੁਸ਼ ਹੁੰਦਾ ਹੈ, ਖੁਸ਼ ਹੋ ਕੇ ਇਹਨਾਂ ਨੂੰ ਜੀ ਆਇਆਂ ਆਖਦਾ ਹੈ, ਇਹਨਾਂ ਦਾ ਸਤਿਕਾਰ ਕਰਦਾ ਹੈ, ਇਹਨਾਂ ਨੂੰ ਆਪਣੇ ਸੱਚਖੰਡ ਦੇ ਦੁਆਰੇ ਦੇ ਉੱਤੇ ਆਸਣ ਬਖਸ਼ਦਾ ਹੈ, ਔਰ ਇਸ ਤਰ੍ਹਾਂ ਦੇ ਨਾਲ ਉਸ ਜੋਤ ਨੂੰ ਆਪਣੇ ਦਰਸਦਾਰੇ ਵੀ ਬਖਸ਼ਦਾ ਹੈ, ਔਰ ਅੰਤ ਦੇ ਵਿੱਚ ਚਾਹਵੇ ਤੇ ਪਰਮਾਤਮਾ ਅਜੋਤ ਨੂੰ ਆਪਣੀ ਜੋਤ ਦੇ ਵਿੱਚ ਅਭੇਦ ਵੀ ਕਰ ਲੈਂਦਾ, ਮਿਲਨ ਕਰ ਲੈਂਦਾ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਨਾਲ ਗੁਰੂ ਸਾਹਿਬ ਕਹਿੰਦੇ ਆ ਵੀ ਗੁਰਮੁਖ ਜਿਹੜਾ ਹੈ ਆਉਂਦਾ ਜਾਂਦਾ ਨਿਸ਼ੰਗ ਹੈ, ਉਹਨੂੰ ਕੋਈ ਭੈ ਨਹੀਂ ਹੁੰਦਾ, ਉਹਨੂੰ ਕੋਈ ਡਰ ਨਹੀਂ ਹੁੰਦੀ। ਅੱਗੇ ਗੁਰੂ ਸਾਹਿਬ ਕਹਿੰਦੇ ਆ, ਪਰ ਹਰ ਮੈਲ ਜਲਾਏ ਕਲੰਕ। ਇਹ ਗੁਰਮੁਖ ਕੀ ਕਰਦਾ ਹੈ ਕਿ ਜਨਮਾਂ ਜਨਮਾਂ ਦੀ ਮੈਲ ਜਿਹੜੀ ਸਾਡੀ ਰੂਹ ਨੂੰ ਲੱਗੀ ਹੋਈ ਹੈ, ਉਸ ਨੂੰ ਨਾਮ ਸਿਮਰਨ ਕਰਕੇ, ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਕਰਕੇ ਉਸ ਨੂੰ ਤਿਆਗ ਦਿੰਦਾ ਹੈ, ਉਸ ਨੂੰ ਛੱਡ ਦਿੰਦਾ ਹੈ, ਉਸ ਨੂੰ ਰੂਹ ਤੋਂ ਲਾਹ ਦਿੰਦਾ ਹੈ। ਪਰ ਹਰ ਦਾ ਮਤਲਬ ਹੁੰਦਾ ਤਿਆਗਣਾ। ਮੈਲ ਤਿਆਗ ਕੇ ਇਹ ਜਿਹੜਾ ਹੈ ਜਿੰਨੇ ਵੀ ਕਲੰਕ, ਜਿੰਨੇ ਵੀ ਦੋਸ਼, ਜਿੰਨੇ ਵੀ ਪਾਪ ਕਰਮ ਉਸ ਰੂਹ ਨੂੰ ਲੱਗੇ ਹੁੰਦੇ ਆ, ਉਹ ਸਾਰੇ ਪਰਮਾਤਮਾ ਦੇ ਨਾਮ ਨਾਲ ਜਲਾ ਦਿੰਦਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਕਿ ਜਨਮਾਂ ਜਨਮਾਂ ਦੇ ਕਰੋੜਾਂ ਪਾਪ ਜਨਮ ਮਹਿਲ ਜਿਹੜੇ ਹੈ, ਪਾਪ ਜਿਹੜੇ ਹੈ, ਉਹ ਨਾਮ ਦੀ ਇੱਕ ਤੀਲੀ ਲਾਇਆ, ਇੱਕ ਚੰਗਿਆੜੀ ਲਾਇਆ ਹੀ ਸਾਰੇ ਜਲ ਜਾਂਦੇ ਆ। ਅਤੇ ਇਸ ਤਰ੍ਹਾਂ ਨਾਲ ਗੁਰਮੁਖ ਜਿਹੜਾ ਨਾਮ ਦਾ ਸਹਾਰਾ ਲੈ ਕੇ ਨਾਮ ਦਾ ਸਿਮਰਨ ਕਰਦਾ ਹੋਇਆ, ਇਹ ਆਪਣੇ ਪਾਪਾਂ ਨੂੰ, ਆਪਣੇ ਦੋਸ਼ਾਂ ਨੂੰ, ਆਪਣੇ ਕਲੰਕਾਂ ਨੂੰ, ਸਾਰਿਆਂ ਨੂੰ ਨਾਮ ਦੀ ਤੀਲੀ ਲਾ ਕੇ ਜਲਾ ਦਿੰਦਾ ਹੈ, ਔਰ ਰੂਹ ਸਾਡੀ ਜਿਹੜੀ ਹੈ ਉਹ ਨਿਰਮਲ ਹੋ ਜਾਂਦੀ ਹੈ। ਔਰ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਜਦੋਂ ਨਿਰਮਲ ਹੁੰਦੀ ਹੈ ਨਾ ਰੂਹ, ਅਤੇ ਇਹ ਨਿਰਮਲ ਰੂਹ ਜਿਹੜੀ ਹੈ ਗੁਰਮੁਖ ਨਾਦ ਵੇਦ ਵਿਚਾਰ, ਇਹ ਗੁਰਮੁਖ ਰੂਹ ਜਿਹੜੀ ਫਿਰ ਜਦੋਂ ਨਿਰਮਲ ਹੋ ਜਾਂਦੀ ਹੈ ਨਾ, ਇਹ ਨਾਦ ਸਰੂਪ ਹੋ ਜਾਂਦੀ ਹੈ। ਇਹਦੇ 10ਵੇਂ ਦੁਆਰੇ ਦੇ ਵਿੱਚ ਨਿਜ ਘਰ ਦੇ ਵਿੱਚ ਜਿਹੜਾ ਹੈ ਅਨਹਦ ਧੁਨ ਵੱਜਣੀ ਸ਼ੁਰੂ ਹੋ ਜਾਂਦੀ ਹੈ, ਨਾਦ ਵੱਜਣੇ ਸ਼ੁਰੂ ਹੋ ਜਾਂਦੇ ਆ। ਇਹ ਅਨਹਦ ਧੁਨ ਜਿਹੜੀ ਹੈ ਗੁਰੂ ਸਾਹਿਬ ਨੇ ਵੀ ਸਾਨੂੰ ਸਮਝਾਇਆ ਹੈ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿ ਸੇਤੀ, ਮਨ ਵੱਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਤੋਂ ਗਾਵੋ ਹਰੀ ਕੇਰਾ, ਸ਼ਬਦੋ ਤੋਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ। ਜਦੋਂ ਇਹ ਨਾਦ ਵੱਜਣਾ ਸ਼ੁਰੂ ਹੁੰਦਾ ਹੈ ਨਾ, ਉਦੋਂ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਔਰ ਸਾਡੀ ਰੂਹ ਨੂੰ ਜਿਹੜਾ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਤਰ੍ਹਾਂ ਨਾਲ ਗੁਰੂ ਸਾਹਿਬ ਕਹਿੰਦੇ ਆ ਉਹ ਵੇਦ ਵਿਚਾਰ, ਵੇਦ ਦਾ ਫਿਰ ਵਿਚਾਰ ਕਰਦਾ ਹੈ,
ਉਹਦੇ 10ਵੇਂ ਦੁਆਰ ਦੇ ਵਿੱਚ ਅਣਹਦ ਧੁਨ ਵੱਜ ਰਹੀ ਹੈ। ਗੁਰਮੁਖ ਦਾ ਜੀਵਨ ਜਿਹੜਾ ਇਸ ਤਰ੍ਹਾਂ ਨਾਲ ਚੱਲਦਾ ਰਹਿੰਦਾ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਹੈ, ਗੁਰਮੁਖ ਮਜਣ ਚੱਜ ਆਚਾਰ। ਆਪਣੇ ਜੀਵਨ ਦੇ ਵਿੱਚ ਉਹ ਗੁਰਮੁਖ ਪਿਆਰੀ ਰੂਹ ਜਿਹੜੀ ਹੈ ਨਾ, ਫਿਰ ਮਜਨ ਕਰਦੀ ਹੈ। ਮਜਨ ਕੀ ਕਰਦੀ ਹੈ ਕਿ ਕਿਹੜਾ ਕਰਮ ਜਿਹੜਾ ਉਹ ਪਾਪ ਕਰਮ ਹੈ ਉਹ ਮੈਂ ਨਹੀਂ ਕਰਨਾ, ਉਹ ਕੂੜ ਹੈ। ਕਿਹੜਾ ਕਰਮ ਜਿਹੜਾ ਸ਼ੁਭ ਹੈ, ਜਿਹੜਾ ਪਰਮਾਤਮਾ ਨੂੰ ਮਿਲਾਉਣ ਵਾਲਾ ਹੈ, ਮੈਂ ਉਸ ਨੂੰ ਬਾਰ-ਬਾਰ ਕਰਨਾ ਹੈ। ਇਹ ਮਜਨ ਕਰਦੀ ਹੈ, ਇਹ ਚੋਣ ਕਰਦੀ ਹੈ। ਉਹਨਾਂ 'ਚੋਂ ਖੋਟੇ ਖਰੇ ਬਾਹਰ ਕੱਢ ਕੇ, ਖੋਟੇ ਬਾਹਰ ਕੱਢ ਕੇ ਖਰੇ ਜਿਹੜੇ ਆ ਉਹ ਆਪਣੇ ਕਰਮ ਜਿਹੜੇ ਆ ਆਪਣੇ ਜੀਵਨ ਦੇ ਵਿੱਚ ਕਰਦੀ ਹੈ ਰੂਹ। ਅਤੇ ਇਸ ਤਰ੍ਹਾਂ ਦੇ ਨਾਲ ਫਿਰ ਇਹ ਮਜਨ ਕਰਦਾ ਹੋਇਆ ਨਾ ਚੱਜ ਆਚਾਰ। ਚੱਜ ਭਾਵ ਪਰਮਾਤਮਾ ਦੀ ਬਖਸ਼ਿਸ਼, ਪਰਮਾਤਮਾ ਦੇ ਗੁਣ, ਪਰਮਾਤਮਾ ਦਾ ਆਚਾਰ ਦਾ ਮਤਲਬ ਰਹਿਤ ਮਰਜ਼ਾਦਾ, ਮਤਲਬ ਕਿਸ ਤਰ੍ਹਾਂ ਨਾਲ ਸਾਡਾ ਜੀਵਨ ਚੱਲਣਾ ਚਾਹੀਦਾ। ਉਹ ਚੱਜ ਆਚਾਰ ਜਿਹੜੀ ਹੈ ਗੁਰਮੁਖ ਰੂਹ ਹੌਲੀ 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 ਨਾਲੇ ਨਾਮ ਸਿਮਰਨ ਕਰਦੀ ਰਹਿੰਦੀ ਹੈ, ਨਾਲੇ ਇਹ ਸਿੱਖਦੀ ਰਹਿੰਦੀ ਹੈ। ਪਾਪੀਆਂ ਦੇ ਕੋਲ ਨਹੀਂ ਬਹਿੰਦੀ ਉਹ ਜਾ ਕੇ ਵਾਰੀ ਵਾਰੀ, ਤਾਸ਼ ਖੇਡਣ ਵਾਲਿਆਂ ਕੋਲੇ ਨਹੀਂ ਬਹਿੰਦੇ ਗੁਰਮੁਖ ਪਿਆਰੇ ਕਦੇ ਵੀ। ਕਿੱਥੇ ਬਹਿੰਦੇ ਆ? ਜਿੱਥੇ ਕੋਈ ਗੁਰੂ ਦੀ ਗੱਲ ਕਰਦਾ ਹੋਵੇ। ਸਤ ਸੰਗਤ ਕੈਸੀ ਜਾਣੀਏ ਜੈ ਏਕੋ ਨਾਮ ਪਛਾਣੀਏ। ਸਤਸੰਗ ਦੇ ਵਿੱਚ ਜਾ ਕੇ ਬਹਿੰਦਾ ਜਿੱਥੇ ਇੱਕ ਪਰਮਪਿਤਾ ਪਰਮਾਤਮਾ ਦਾ ਨਾਮ ਸਿਮਰਨ ਕੀਤਾ ਜਾਂਦਾ ਹੈ। ਉਹ ਗੁਰਮੁਖ ਪਿਆਰਾ ਐਸਾ ਜੀਵਨ ਹੋ ਜਾਂਦਾ ਉਸਦਾ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ। ਇਹ ਗੁਰਮੁਖ ਫਿਰ ਉਦੋਂ ਸ਼ਬਦ ਦੁਆਰਾ ਖੁਦ ਸ਼ਬਦ ਹੋ ਜਾਂਦਾ ਹੈ। ਨਾਮ ਸਿਮਰਨ ਕਰਦਾ ਹੋਇਆ ਪਰਮਾਤਮਾ ਦਾ ਨਾਮ ਖੁਦ ਹੀ ਹੋ ਜਾਂਦਾ ਹੈ। ਬਾਣੀ ਸਿਮਰਨ ਕਰਦਾ ਹੋਇਆ ਗੁਰਮੁਖ ਪਿਆਰੀ ਰੂਹ ਜਿਹੜੀ ਹੈ ਉਹ ਬਾਣੀ ਖੁਦ ਹੀ ਹੋ ਜਾਂਦੀ ਹੈ। ਔਰ ਉਸ ਸ਼ਬਦ ਦੇ ਵਿੱਚ, ਉਸ ਨਾਮ ਦੇ ਵਿੱਚ, ਉਸ ਅੰਮ੍ਰਿਤ ਦੇ ਵਿੱਚ ਅੰਮ੍ਰਿਤ ਹੀ ਅੰਮ੍ਰਿਤ ਹੈ। ਨਾਮ ਅੰਮ੍ਰਿਤ ਹੀ ਅੰਮ੍ਰਿਤ ਹੈ। 9 ਨਿਧਾਂ ਦਾ ਖਜ਼ਾਨਾ ਹੈ, ਭੰਡਾਰਿਆਂ ਦਾ ਖਜ਼ਾਨਾ ਹੈ। ਸਭ ਬਖਸ਼ਾਂ ਪਰਮਾਤਮਾ ਦੀਆਂ ਕਿਰਪਾ ਨਾਲ 9 ਨਿਧ ਨਾਮ ਦੇ ਸਿਮਰਨ ਦੇ ਸਦਕਾ 9 ਨਿਧਾਂ ਦੇ ਭੰਡਾਰੇ ਔਰ ਖਜ਼ਾਨੇ ਜਿਹੜੇ ਹੈ ਉਸ ਗੁਰਮੁਖ ਪਿਆਰੀ ਰੂਹ ਨੂੰ ਪ੍ਰਾਪਤ ਹੋ ਜਾਂਦੇ ਆ। ਔਰ ਗੁਰਮੁਖ ਪਿਆਰੀ ਰੂਹ ਦੀ ਫਿਰ ਜਿਹੜਾ ਪਰਮਾਤਮਾ ਖੁਸ਼ ਹੋ ਕੇ ਇੱਥੋਂ ਤੱਕ ਕਿ ਉਹ ਪਰਮਪਿਤਾ ਪਰਮਾਤਮਾ ਭੰਡਾਰੇ ਤਾਂ ਦਿੰਦਾ ਹੀ ਦਿੰਦਾ ਹੈ, ਉਸ ਗੁਰਮੁਖ ਰੂਹ ਦਾ ਚਾਕਰ ਵੀ ਹੋ ਜਾਂਦਾ ਹੈ। ਉਸ ਦਾ ਚਾਕਰ ਨੌਕਰ ਵੀ ਹੋ ਜਾਂਦਾ ਹੈ। ਜਿਵੇਂ ਧੰਨੇ ਭਗਤ ਦਾ ਹੋਇਆ, ਜਿਵੇਂ ਤਰਲੋਚਨ ਭਗਤ ਦਾ ਹੋਇਆ, ਜਿਵੇਂ ਨਾਮਦੇਵ ਦੀ ਛਪਰੀ ਬਣਾਈ, ਜਿਵੇਂ ਕਬੀਰ ਦੀ ਜੰਜੀਰ ਜਿਹੜੀ ਹੈ ਗੰਗਾ 'ਚੋਂ ਤੋੜ ਦਿੱਤੀ ਔਰ ਕਬੀਰ ਨੂੰ ਮਿਰਗਸ਼ਾਲਾ ਦੇ ਉੱਤੇ ਬਿਠਾ ਕੇ ਰਾਮ ਰਾਮ ਕਰਦਾ ਉਸ ਦਾ ਸਰੂਪ ਜਿਹੜਾ ਲੋਕਾਂ ਨੇ ਦੇਖੇ। ਐਸੀ ਬਖਸ਼ਿਸ਼ ਵੀ ਪਰਮਾਤਮਾ ਕਰਦਾ ਹੈ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਨਾਲ ਗੁਰੂ ਸਾਹਿਬ ਕਹਿੰਦੇ ਆ ਭਾਈ ਇਹ ਗੁਰਮੁਖ ਜਿਹੜਾ ਹੈ ਸ਼ਬਦ ਨਾਲ ਅੰਮ੍ਰਿਤ ਰੂਪ ਹੋ ਜਾਂਦਾ ਹੈ ਔਰ ਅੰਮ੍ਰਿਤ ਦੀ ਪ੍ਰਾਪਤੀ, ਅੰਮ੍ਰਿਤ ਦਾ ਸਾਰਾ ਸਾਰ, ਹਰ ਵਸਤੂਆਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ। ਅੱਗੇ ਗੁਰੂ ਸਾਹਿਬ ਕਹਿੰਦੇ ਆ, ਨਾਨਕ ਗੁਰਮੁਖ ਪਾਵੈ ਪਾਰ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਨਕ ਮੋਹਰ ਲਗਾ ਕੇ ਇਹ ਦੱਸਦੇ ਆ ਭਾਈ ਗੁਰਮੁਖ ਦਾ ਫਿਰ ਅਖੀਰ ਕੀ ਹੁੰਦਾ ਹੈ। ਕਹਿੰਦੇ ਵੀ ਪਾਵੈ ਪਾਰ, ਭਵ ਸਾਗਰ ਤੋਂ, ਇਹਨਾਂ ਦੁੱਖਾਂ ਕਲੇਸ਼ਾਂ ਤੋਂ, ਸੰਸਾਰ ਦੇ ਨਰਕ ਤੋਂ ਨਿਕਲ ਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰਮੁਖ ਰੂਹ ਜਿਹੜੀ ਹੈ ਪਰਮਾਤਮਾ ਦੇ ਦੁਆਰੇ ਦੇ ਉੱਤੇ ਚਲੀ ਜਾਂਦੀ ਹੈ ਔਰ ਉੱਥੇ ਸੱਚਖੰਡ ਦੇ ਉੱਤੇ ਇਸ ਦਾ ਵਾਸਾ ਹੁੰਦਾ ਹੈ। ਇਸ ਨੂੰ ਪਰਮਾਤਮਾ ਦੇ ਦਰਸ਼ਨਦਾਰੇ ਹੁੰਦੇ ਆ ਔਰ ਇਹ ਪਰਮਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਹੋਈ ਹਮੇਸ਼ਾ ਪਰਮਪਿਤਾ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦੀ ਹੈ, ਪਰਮਾਤਮਾ ਦੇ ਸੱਚਖੰਡ ਦੇ ਦੁਆਰੇ ਦੇ ਉੱਤੇ ਬਿਰਾਜਮਾਨ ਹੁੰਦੀ ਹੈ। ਇਸ ਤਰ੍ਹਾਂ ਨਾਲ ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਆ, ਭਾਈ ਗੁਰਮੁਖ ਪਿਆਰਿਓ, ਚੰਚਲ ਚੀਤ ਨਾ ਰਹੀ ਠਾਏ, ਚੰਚਲ ਚੀਤ ਨ ਰਹੀ ਠਾਏ, ਚੋਰੀ ਮਿਰਗ ਅੰਗੂਰੀ ਖਾਏ, ਚਰਨ ਕਮਲ ਉਰ ਧਾਰੈ ਚੀਤ, ਚਿਰ ਜੀਵਨ ਚੇਤਨ ਨਿਤ ਨੀਤ, ਚਿੰਤਤ ਹੀ ਦੀਸੈ ਸਭ ਕੋਏ, ਚੇਤੈ ਏਕ ਤਹੀ ਸੁਖ ਹੋਏ, ਚਿਤ ਵਸੈ ਰਾਚੈ ਹਰਿ ਨਾਏ, ਮੁਕਤ ਭਇਆ ਪਤ ਸਿਓ ਘਰ ਜਾਏ, ਮੁਕਤ ਭਇਆ ਪਤ ਸਿਓ ਘਰ ਜਾਏ। ਹੁਣ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਵੀ ਗੁਰਮੁਖ ਰੂਹ ਜਿਹੜੀ ਆ ਉਹ ਕੀ ਪ੍ਰਾਪਤੀ ਕਰਦੀ ਹੈ, ਗੁਰਮੁਖ ਰੂਹ ਨੂੰ ਪਰਮਾਤਮਾ ਵੱਲੋਂ ਕੀ ਖੁਸ਼ੀਆਂ ਮਿਲਦੀਆਂ, ਕੀ ਬਖਸ਼ਿਸ਼ ਮਿਲਦੀ ਹੈ। ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਆ, ਕਹਿੰਦੇ ਭਾਈ ਗੁਰਮੁਖ ਪਿਆਰਿਓ, ਚੰਚਲ ਚੀਤ ਨਾ ਰਹੀ ਠਾਏ। ਜਿਹੜਾ ਮਨਮੁਖ ਲੋਕਾਂ ਦਾ ਮਨ ਹੁੰਦਾ ਹੈ ਨਾ, ਗੁਰਮੁਖ ਲੋਕਾਂ ਦਾ ਮਨ ਤਾਂ ਪਰਮਾਤਮਾ ਨੂੰ ਸਮਰਪਿਤ ਹੁੰਦਾ ਹੈ
ਪਰ ਜਿਹੜੇ ਮਨ ਮਰਜ਼ੀ ਕਰਨ ਵਾਲੇ ਸੰਸਾਰੀ ਲੋਕ ਹੈ ਉਹਨਾਂ ਦਾ ਮਨ ਜਿਹੜਾ ਨਾ ਚੰਚਲ ਹੁੰਦਾ ਹੈ, ਚਲਾਕੀਆਂ ਕਰਦਾ ਹੈ, ਸਿਆਣਪਾਂ ਕਰਦਾ ਹੈ, ਹਉਮੈ ਕਰਦਾ ਹੈ, ਮੈਂ ਕਰਦਾ ਹੈ, ਮੈਂ ਕਰ ਦੂੰ, ਹੰਕਾਰ ਦੀਆਂ ਗੱਲਾਂ ਕਰਦਾ ਹੈ। ਅਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਫਿਰ ਉਹ ਜਿਹੜਾ ਹੈ ਨਾ ਮਨ ਜਦੋਂ ਨਾਮ ਸਿਮਰਨ ਕੀਤਾ ਜਾਂਦਾ ਹੈ ਅਤੇ ਉਹ ਆਪਣੇ ਥਾਂ 'ਤੇ ਨਹੀਂ ਰਹਿੰਦਾ, ਉਹ ਥਾਂ ਛੱਡ ਜਾਂਦਾ, ਭੱਜ ਜਾਂਦਾ ਨਾਮ ਤੋਂ ਡਰਦਾ ਮਾਰਾ। ਅਤੇ ਫਿਰ ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਆ ਭਾਈ ਇਹਦੀ ਆਦਤ ਕੀ ਬਣੀ ਹੋਈ ਹੈ, ਚੋਰੀ ਮਿਰਗ ਅੰਗੂਰੀ ਖਾਏ। ਲੋਕਾਂ ਨੂੰ ਦਿਖਾਉਂਦਾ ਮੈਂ ਬੜਾ ਭਗਤ ਹੈ, ਮੈਂ ਬੜਾ ਭਗਤ ਹੈ, ਅਤੇ ਕਰਦਾ ਪਾਪ ਕਰਮ ਜਾ ਕੇ ਉੱਥੇ ਠੱਗੀਆਂ ਮਾਰਦਾ ਲੋਕਾਂ ਨਾਲ, ਤੇਰੇ ਮੇਰੇ ਗਰੀਬ ਬੰਦਿਆਂ ਨੂੰ ਧੋਖਿਆਂ 'ਚ ਲੈ ਲੈ ਕੇ 5 ਦੇ 50 ਬਣਾਉਂਦਾ। ਦੁਕਾਨਦਾਰੀ ਦੀਆਂ ਬੇਰੀਆਂ ਕਲਮ ਦੀਆਂ ਬੇਈਮਾਨੀਆਂ ਕਰਦਾ ਹੈ, ਹੋਰ ਕਰਮ ਦੇ ਵਿੱਚ ਜਿਹੜਾ ਗਰੀਬ ਲੋਕਾਂ ਨੂੰ ਤੰਗ ਕਰਦਾ ਹੈ। ਅਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਇਸ ਤਰ੍ਹਾਂ ਨਾਲ ਜਿਵੇਂ ਮਿਰਗ ਜਿਹੜਾ ਹੈ ਨਾ ਖੇਤਾਂ ਦੇ ਵਿੱਚ ਜ਼ਿਮੀਂਦਾਰ ਤੋਂ ਡਰਦਾ ਮਾਰਾ ਚੋਰੀ ਚੋਰੀ ਅੰਗੂਰ ਖਾ ਜਾਂਦਾ ਹੈ, ਇਵੇਂ ਜੇਕਰ ਇਹ ਸਾਡੇ ਮਤਲਬ ਮਨਮੁਖ ਲੋਕ ਜਿਹੜੇ ਹੈ ਇਹ ਪਰਮਾਤਮਾ ਤੋਂ ਵਿਸਾਰਾ ਕਰਕੇ ਯਾਨੀ ਆਏ ਇਹਨਾਂ ਨੂੰ ਆਏ ਰਹਿੰਦਾ ਵੀ ਪਰਮਾਤਮਾ ਨੂੰ ਨਹੀਂ ਪਤਾ। ਜਿਵੇਂ ਮਿਰਗ ਕਹਿੰਦਾ ਜ਼ਿਮੀਂਦਾਰ ਨੂੰ ਨਹੀਂ ਪਤਾ, ਇਵੇਂ ਕਹਿੰਦੇ ਪਰਮਾਤਮਾ ਨੂੰ ਨਹੀਂ ਪਤਾ, ਫਲਾਣੇ ਤੋਂ ਖੋਹ ਲਿਆ, ਫਲਾਣੇ ਤੋਂ ਕਰ ਲਿਆ। ਇਸ ਤਰ੍ਹਾਂ ਨਾਲ ਇਹ ਜਿਹੜੀਆਂ ਪਾਪ ਦੀਆਂ ਅੰਗੂਰਾਂ ਦੀਆਂ ਵੇਲਾਂ ਜਿਹੜੀਆਂ ਨਾ ਇਹ ਪਾਪ ਇਕੱਠੇ ਕਰਕੇ ਖਾ ਜਾਂਦਾ। ਐਸੀ ਅਵਸਥਾ ਹੁੰਦੀ ਹੈ ਇਸ ਮਨਮੁਖ ਹਿਰਦੇ ਦੀ, ਮਨਮੁਖ ਮਨ ਦੀ। ਅੱਗੇ ਗੁਰੂ ਸਾਹਿਬ ਕਹਿੰਦੇ ਆ ਚਰਨ ਕਮਲ ਔਰ ਤਾਰੈ ਚੀਤ। ਅਤੇ ਦੂਜੇ ਪਾਸੇ ਜਿਹੜੀ ਗੁਰਮੁਖ ਪਿਆਰੀ ਰੂਹ ਹੈ ਨਾ, ਜਦੋਂ ਕਿਤੇ ਇਹ ਮਨਮੁਖ ਰੂਹ ਵੀ ਗੁਰੂ ਦੇ ਚਰਨਾਂ ਦਾ ਧਿਆਨ ਧਰ ਲਵੇ, ਸੁਰਤੀ ਉਧਰ ਜੋੜ ਲਵੇ, ਗੁਰੂ ਤੋਂ ਨਾਮ ਅੰਮ੍ਰਿਤ ਲੈ ਕੇ ਨਾਮ ਦਾ ਸਿਮਰਨਾ ਕਰੇ, ਨਾਮ ਦੀ ਜਪਣਾ ਕਰੇ, ਅਤੇ ਫਿਰ ਗੁਰੂ ਸਾਹਿਬ ਕੀ ਕਹਿੰਦੇ ਆ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ ਚਰਨ ਕਮਲ, ਪਰਮਾਤਮਾ ਦੇ ਚਰਨ ਕਮਲ ਦਾ ਧਿਆਨ ਧਰ ਕੇ, ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਆਪਣੇ ਉਰ ਭਾਵ ਕਹਿੰਦੇ ਆ ਹਿਰਦੇ ਨੂੰ, ਹਿਰਦੇ ਦੇ ਵਿੱਚ ਧਾਰਨ ਕਰੇ ਚਿੱਤ ਨੂੰ, ਚਿੱਤ ਦੇ ਵਿੱਚ ਧਾਰਨ ਕਰੇ ਗੁਰੂ ਦੇ ਚਰਨਾਂ ਨੂੰ, ਗੁਰੂ ਦੇ ਨਾਮ ਨੂੰ, ਗੁਰੂ ਦੀ ਬਖਸ਼ਿਸ਼ ਨੂੰ, ਗੁਰੂ ਦੀ ਕਰਨ ਕਾਰਨ ਸਮਰੱਥਤਾ ਕੀ ਹੈ ਉਸ ਨੂੰ, ਯਾਨੀ ਗੁਰੂ ਦੇ ਗੁਣਾਂ ਨੂੰ ਧਾਰਨ ਕਰੇ। ਅਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਕਿ ਚਿਰ ਜੀਵਨ ਚੇਤਨ ਨਿਤ ਨੀਤ, ਇਹਦਾ ਜੀਵਨ ਜਿਹੜਾ ਹੈ ਨਾ ਚਿਰੰਜੀਵ ਹੋ ਜਾਂਦਾ ਹੈ, ਮਤਲਬ ਜੀਵਤ ਹੋ ਜਾਂਦਾ ਹੈ। ਆਮ ਬੰਦੇ ਜਿਹੜੇ ਹੈ ਨਾ ਮਨਮੁਖ ਸੰਸਾਰ ਦੇ ਲੋਕ, ਇਹ ਪਰਮਾਤਮਾ ਦੇ ਨਾਮ ਤੋਂ ਵਿਸਾਰਾ ਕੀਤਾ ਹੋਇਆ ਹੈ, ਇਹ ਸਾਰੀਆਂ ਰੂਹਾਂ ਮ੍ਰਿਤ ਹੈ, ਮਰੀਆਂ ਹੋਈਆਂ, ਜੀਵਤ ਨਹੀਂ ਹੈ। ਜੀਵਤ ਸਾਡੀ ਰੂਹ ਕਦੋਂ ਹੁੰਦੀ ਹੈ, ਜਦੋਂ ਅਸੀਂ ਸੰਸਾਰ ਨੂੰ ਛੱਡ ਕੇ ਗੁਰੂ ਤੋਂ, ਗੁਰੂ ਦਾ ਨਾਮ ਅੰਮ੍ਰਿਤ ਪ੍ਰਾਪਤ ਕਰਕੇ ਉਸ ਨਾਮ ਦੀ ਸਿਮਰਨਾ ਕਰਦੇ ਹੋਏ ਅਸੀਂ ਗੁਰੂ ਨੂੰ ਖੁਸ਼ ਕਰ ਲੈਂਦੇ ਹਾਂ, ਗੁਰੂ ਤੋਂ ਅਸੀਂ ਬਖਸ਼ਿਸ਼ਾਂ ਪ੍ਰਾਪਤ ਕਰ ਲੈਂਦੇ ਹਾਂ। ਉਦੋਂ ਸਾਡੀ ਰੂਹ ਜਿਹੜੀ ਹੈ ਗੁਰੂ ਦੇ ਚਰਨ ਕਮਲਾਂ ਦਾ ਧਿਆਨ ਧਰਦੀ ਹੋਈ ਜਿਹੜੀ ਹੈ ਉਹ ਗੁਰੂ ਨਾਲ ਜੁੜੀ ਰਹਿੰਦੀ ਹੈ, ਉਦੋਂ ਗੁਰੂ ਦੀ ਕਿਰਪਾ ਹੁੰਦੀ ਹੈ। ਫਿਰ ਇਹ ਚੇਤਨ ਨਿਤ ਨੀਤ, ਚੇਤਨ ਦਾ ਮਤਲਬ ਇਹ ਜਿਉਂਦੀ ਜਾਗਦੀ ਹੋ ਜਾਂਦੀ ਹੈ, ਨਿਤ ਲਗਾਤਾਰ। ਜਿੰਨਾ ਚਿਰ ਪਰਮਾਤਮਾ ਨੇ ਇਹਨੂੰ ਸਾਂਸਾਂ ਦੀ ਪੂੰਜੀ ਦਿੱਤੀ ਹੋਈ ਹੈ ਉਹਨਾਂ ਚਿਰ ਇਹ ਸੰਸਾਰ ਦੇ ਵਿੱਚ ਜੀਵਤ ਰਹਿੰਦੀ ਹੈ। ਫਿਰ ਸੰਸਾਰ ਤੋਂ ਸੱਚਖੰਡ ਦੇ ਦੁਆਰੇ ਦੇ ਉੱਤੇ ਜਾ ਕੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਚਿਰੰਜੀਵ ਰਹਿੰਦੀ ਹੈ, ਜੀਵਤ ਰਹਿੰਦੀ ਹੈ, ਸੀਤਲ ਰਹਿੰਦੀ ਹੈ, ਠੰਡੀ ਰਹਿੰਦੀ ਹੈ, ਅਮਰ ਹੋ ਜਾਂਦੀ ਹੈ। ਇਹ ਗੁਰੂ ਦੀ ਬਖਸ਼ਿਸ਼ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਆ ਚਿੰਤਤ ਹੀ ਦੀਸੈ ਸਭ ਕੋਏ, ਚੇਤੈ ਏਕ ਤਹੀ ਸੁਖ ਹੋਏ। ਜਦੋਂ ਅਸੀਂ ਸੰਸਾਰ ਦੇ ਵੱਲ ਨਜ਼ਰ ਮਾਰਦੇ ਹਾਂ ਨਾ, ਸੰਸਾਰ ਦੇ ਅਧਿਕਤਰ ਲੋਕ ਉਹ ਚਿੰਤਾ ਦੇ ਵਿੱਚ ਫਸੇ ਹੋਏ ਸਾਨੂੰ ਦਿਸਦੇ ਹੈ। ਚਿੰਤਾ ਕੀ ਹੈ, ਹਾਏ ਮੇਰੇ ਪੁੱਤਰ ਨਹੀਂ ਹੋਇਆ, ਹਾਏ ਮੇਰੇ ਧਨ ਨਹੀਂ ਹੈ, ਹਾਏ ਮੇਰੇ ਦੁਕਾਨ ਨਹੀਂ ਬਣੀ, ਹਾਏ ਮੇਰੇ ਫਲਾਨਾ ਕੰਮ ਨਹੀਂ ਚੱਲਿਆ, ਹਾਏ ਮੇਰੇ ਘਰ ਨਹੀਂ ਬਣਿਆ, ਹਾਏ ਮੇਰੀ ਬਿਲਡਿੰਗ ਨਹੀਂ ਬਣੀ, ਮੈਨੂੰ ਕਾਰ ਚਾਹੀਦੀ ਸੀ। ਇਸੇ 'ਚ ਚਿੰਤਾ 'ਚ ਕਰੀ ਜਾਂਦੇ। ਅਤੇ ਜਾਂ ਫਿਰ ਕਹੇਗਾ ਜਿਹੜਾ ਮੇਰੇ ਕੋਲ ਹੈਗਾ ਇਹ ਚਲਾ ਨਾ ਜਾਵੇ, ਹੁਣ ਮੈਂ ਲੱਖਪਤੀ ਕਰੋੜਪਤੀ ਹਾਂ ਅਤੇ ਕਿਤੇ ਇਹ ਨਾ ਹੋਵੇ ਪਰਮਾਤਮਾ ਇਹ ਮੇਰੇ ਤੋਂ ਖੋਹ ਲਵੇ ਅਤੇ ਮੈਨੂੰ ਕਿਤੇ ਕਿਸੇ ਪਾਸੇ ਫਸਾ ਕੇ ਅਤੇ ਮੈਂ ਨੰਗ ਹੋ ਜਾਵਾਂ ਅਤੇ ਮੈਂ ਭੁੱਖਾ ਮਰਾਂ ਅਤੇ ਮੈਂ ਫਲਾਨਾ ਕਰਾਂ। ਐਸੀ ਚਿੰਤਾ ਦੇ ਵਿੱਚ ਇਹ ਜਾਵੇ ਨਾ। ਇਹ ਚਿੰਤਾ ਕਰਦਾ ਕਰਦਾ ਹੀ ਬੰਦਾ ਜਿਹੜਾ ਸੰਸਾਰ ਦੇ ਟੱਪ ਜਾਂਦਾ। ਗੁਰੂ ਸਾਹਿਬ ਕੀ ਕਹਿੰਦੇ ਹੈ, ਚਿੰਤਤ ਹੀ ਦਿਸੈ ਸਭ ਕੋਈ। ਸਾਰਾ ਸੰਸਾਰ ਹੀ ਚਿੰਤਾ ਦੇ ਵਿੱਚ ਫਸਿਆ ਹੋਇਆ। ਜਦੋਂ ਅਸੀਂ ਵੇਖਦੇ ਗੁਰਮੁਖ ਪਿਆਰੀਆਂ ਰੂਹਾਂ ਜਦੋਂ ਦੇਖਦੀਆਂ ਨੇ ਸੰਸਾਰ ਦੇ ਲੋਕਾਂ ਨੂੰ, ਅਤੇ ਉਦੋਂ ਉਹਨਾਂ ਨੂੰ ਇਹੀ ਲੱਗਦਾ ਹੈ ਵੀ ਸਾਰੇ ਹੀ ਦੁਖੀ ਆ ਬੰਦੇ, ਸਾਰੇ ਹੀ ਸੰਸਾਰ ਦੁਖੀ ਹੈ, ਸਾਰਾ ਹੀ ਚਿੰਤਾ ਦੇ ਵਿੱਚ ਫਸਿਆ ਹੋਇਆ। ਅਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਇਸ ਤੋਂ ਛੁਟਕਾਰਾ ਕੀ ਹੈ। ਗੁਰੂ ਸਾਹਿਬ ਨੇ ਨਾਲ ਸਾਨੂੰ ਵੱਲ ਦੱਸਿਆ, ਕਹਿੰਦੇ ਵੀ ਚੇਤੈ ਏਕ
ਤਹੀ ਸੁਖ ਹੋਏ। ਜਦੋਂ ਇੱਕ ਪਰਮ ਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰੇਗਾ ਨਾ ਇਹ ਗੁਰੂ ਤੋਂ ਲੈ ਕੇ, ਉਸ ਨਾਮ ਅੰਮ੍ਰਿਤ ਦੇ ਸਦਕਾ ਇਹਦੇ ਦੁੱਖ ਕਲੇਸ਼ ਜਿਹੜੇ ਆ ਉਹ ਮਿਟ ਜਾਣਗੇ, ਇਹਦੇ ਰੋਗ ਕਸ਼ਟ ਸਾਰੇ ਮਿਲ ਜਾਣਗੇ, ਮਿਟ ਜਾਣਗੇ। ਇਹਨੂੰ ਪਰਮ ਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਸੁਖ ਸ਼ਾਂਤੀ ਦੀ ਪ੍ਰਾਪਤੀ ਹੋ ਜਾਏਗੀ। ਗੁਰੂ ਸਾਹਿਬ ਕਹਿੰਦੇ ਆ ਨਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤੋਂ ਗਾਵੋ ਹਰੀ ਕੇਰਾ। ਇਹ ਹਰੀ ਕੇਰੇ ਸ਼ਬਦ ਦੇ ਨਾਲ ਕੀ ਹੋਏਗਾ, ਦੁੱਖ ਸੁੱਖ ਜਿਹੜੇ ਹੈ ਸਾਡੇ ਸਾਰੇ ਕੱਟੇ ਜਾਣਗੇ, ਪਾਪ ਜਿਹੜੇ ਆ ਸਾਡੇ ਸਾਰੇ ਕੱਟੇ ਜਾਣਗੇ, ਸਾਨੂੰ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੋ ਜਾਏਗੀ, ਸਾਡੇ 10ਵੇਂ ਦੁਆਰ ਦੇ ਵਿੱਚ ਅਨਹਦ ਧੁਨ ਵੱਜਣੀ ਸ਼ੁਰੂ ਹੋ ਜਾਏਗੀ। ਆਨੰਦ ਸੁਣੋ ਵਡਭਾਗਿਓ, ਸਗਲ ਮਨੋਰਥ ਪੂਰੇ ਸਾਡੇ ਪੂਰੇ ਹੋ ਜਾਣਗੇ ਮਨੋਰਥ। ਇਸ ਤਰ੍ਹਾਂ ਦੇ ਨਾਲ ਗੁਰੂ ਦੀ ਕਿਰਪਾ ਹੁੰਦੀ ਆ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਚਿੱਤ ਵਸੈ ਰਾਚੈ ਹਰਨਾਏ। ਇਹ ਰੂਹ ਫਿਰ ਜਦੋਂ ਚਿੱਤ ਦੇ ਵਿੱਚ ਪਰਮਾਤਮਾ ਦਾ ਵਾਸਾ ਹੁੰਦਾ ਹੈ ਨਾ, ਤੇ ਪਰਮਾਤਮਾ ਦੇ ਨਾਮ ਦੇ ਵਿੱਚ ਰਚ ਜਾਂਦੀ ਹੈ। 24 ਘੰਟੇ ਇਸ ਦੀ ਸੁਰਤੀ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਸਿਮਰਨ, ਚਾਹੇ ਬੋਲ ਕੇ, ਚਾਹੇ ਜਪਾ ਜਪ, ਚਾਹੇ ਕਿਸੇ ਵੀ ਤਰੀਕੇ ਨਾਲ ਬਾਣੀ ਪੜ੍ਹ ਕੇ, ਚਾਹੇ ਕੀਰਤਨ ਸੁਣ ਕੇ, ਚਾਹੇ ਕਿਸੇ ਗੁਰੂ ਪਿਆਰੇ ਦੀ ਕਥਾ ਸੁਣ ਕੇ, ਗੁਰਬਾਣੀ ਦੀ ਵਿਚਾਰ ਸੁਣ ਕੇ, ਤੇ ਇਹ ਜਿਹੜੀ ਰੂਹ ਹੈ ਨਾ, ਜਿਹੜੀ ਹਮੇਸ਼ਾ ਹੀ ਉਸ ਪਰਮ ਪਿਤਾ ਪਰਮਾਤਮਾ ਨਾਲ ਜੁੜੀ ਰਹਿੰਦੀ ਹੈ, ਰਚੀ ਰਹਿੰਦੀ ਹੈ, ਪਰਮਾਤਮਾ ਦੇ ਵਿੱਚ ਇੱਕਮਿਕ ਹੋ ਜਾਂਦੀ ਹੈ, ਰਚ ਜਾਂਦੀ ਹੈ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਮੁਕਤ ਭਇਆ ਪਤ ਸਿਉ ਘਰ ਜਾਏ। ਇਸ ਤਰ੍ਹਾਂ ਦੇ ਨਾਲ ਇਹ ਗੁਰਮੁਖ ਪਿਆਰੀ ਰੂਹ ਜਿਹੜੀ ਹੈ ਮੁਕਤ ਹੋ ਜਾਂਦੀ ਹੈ ਆਵਾਗਮਨ ਦੇ ਚੱਕਰਾਂ ਤੋਂ। ਇਸ ਸੰਸਾਰ ਦੇ ਉੱਤੇ ਹੀ ਇਸ ਨੂੰ ਗੁਰੂ ਪਰਮਾਤਮਾ ਵੱਲੋਂ ਆਗਿਆ ਮਿਲ ਜਾਂਦੀ ਹੈ ਕਿ ਤੇਰੀ ਜਿਹੜੀ ਆਵਾਗਮਨ ਦੀ ਅਵਸਥਾ ਹੈ ਉਹ ਕੱਟੀ ਗਈ ਹੈ, ਤੂੰ ਮੁਕਤ ਹੋ ਗਈ ਹੈ। ਜਦੋਂ ਤੂੰ ਇਸ ਸੰਸਾਰ ਤੋਂ ਜਾਏਂਗੀ, ਤੈਨੂੰ ਸੱਚਖੰਡ ਦੇ ਦੁਆਰੇ ਦੇ ਉੱਤੇ ਪਰਮਾਤਮਾ ਵੱਲੋਂ ਕੋਲਿਆ ਮੋਕਸ਼ ਦੀ ਪ੍ਰਾਪਤੀ ਹੋ ਜਾਏਗੀ। ਤੇਰਾ ਆਵਾਗਮਨ ਜਿਹੜਾ ਕੱਟਿਆ ਜਾਏਗਾ, ਮੁੜ ਕੇ ਤੂੰ ਸੰਸਾਰ ਦੇ ਵਿੱਚ ਨਹੀਂ ਆਏਂਗੀ, ਤੂੰ ਉੱਥੇ ਬੈਠ ਕੇ ਮੇਰੇ ਦਰਸ਼ਨਦਾਰੇ ਕਰੇਂਗੀ। ਇਹ ਬਖਸ਼ਿਸ਼ ਹੋ ਜਾਂਦੀ ਹੈ। ਮੁਕਤ ਭਇਆ ਪਤ ਸਿਉ ਘਰ ਜਾਏ। ਫਿਰ ਇਹ ਮੁਕਤ ਹੋ ਕੇ ਇੱਜ਼ਤ ਦੇ ਨਾਲ, ਪਰਮਾਤਮਾ ਦੀ ਕਿਰਪਾ ਨਾਲ ਦੇਵਤੇ ਇਸ ਨੂੰ ਭਗਵਾਨ ਦੇ ਵਿੱਚ ਬਿਠਾ ਕੇ ਸਤਿਕਾਰ ਕਰਦੇ ਹੋਏ, ਜੈ ਜੈਕਾਰ ਕਰਦੇ ਹੋਏ, ਫੁੱਲਾਂ ਦੀ ਵਰਸ਼ਾ ਕਰਦੇ ਹੋਏ, ਇਸ ਦੀਆਂ ਜਿਹੜੀਆਂ ਵਡਿਆਈਆਂ ਕਰਦੇ ਹੋਏ ਜਿਹੜੇ ਆ ਪਰਮਾਤਮਾ ਦੇ ਦੁਆਰੇ 'ਤੇ ਲੈ ਕੇ ਜਾਂਦੇ ਆ। ਗੁਰੂ ਸਾਹਿਬ ਕਹਿੰਦੇ ਆ, ਪਤ ਸਿਉ ਘਰ ਜਾਏ। ਘਰ ਭਾਵ ਸੱਚਖੰਡ ਦੁਆਰਾ, ਪਰਮਾਤਮਾ ਦਾ ਆਪਣਾ ਘਰ। ਹੁਣ ਅੱਗੇ ਗੁਰੂ ਸਾਹਿਬ ਅਗਲੇ ਬੰਦ ਦੇ ਵਿੱਚ ਬਖਸ਼ਿਸ਼ ਕਰਦੇ ਆ, ਛੀਜੈ ਦੇ ਖੁੱਲ੍ਹੈ ਇੱਕ ਗੰਢ, ਛੇ ਆ ਨਿਤ ਦੇਖੋ ਜਗ ਹੰਡ, ਧੂਪ ਛਾਵ ਜੇ ਸਮ ਕਰ ਜਾਣੈ, ਬੰਧਨ ਕਾਟ ਮੁਕਤ ਕਰ ਆਣੈ, ਛਾਇਆ ਛੂਛੀ ਜਗਤ ਭੁਲਾਣਾ, ਲਿਖਿਆ ਕਿਰਤ ਤੁਰੇ ਪਰਵਾਨਾ, ਛੀਜੈ ਜੋਵਣ ਜਰੂਆ ਸਿਰ ਕਾਲ, ਕਾਇਆ ਛੀਜੈ ਭਈ ਸਿਬਾਲ, ਕਾਇਆ ਛੀਜੈ ਭਈ ਸਿਬਾਲ। ਹੁਣ ਗੁਰੂ ਸਾਹਿਬ ਇਸ ਬੰਦ ਦੇ ਵਿੱਚ ਸਾਨੂੰ ਬਖਸ਼ਿਸ਼ ਕਰ ਰਹੇ ਹੈ, ਭਾਈ ਗੁਰਮੁਖ ਪਿਆਰਿਓ, ਜਿਹੜੀਆਂ ਮਨਮੁਖ ਰੂਹਾਂ ਹੈ ਨਾ, ਉਹਨਾਂ ਦੀ ਦੇਹ ਜਿਹੜੀ ਆ ਹਮੇਸ਼ਾ ਛਿਜਦੀ ਰਹਿੰਦੀ ਹੈ। ਛਿਜਣ ਦਾ ਮਤਲਬ ਹੌਲੀ ਹੌਲੀ ਕਮਜ਼ੋਰ ਹੁੰਦੀ ਜਾਂਦੀ ਹੈ, ਹੌਲੀ ਹੌਲੀ ਢਲਦੀ ਜਾਂਦੀ ਹੈ, ਹੌਲੀ ਹੌਲੀ ਡਿੱਗਦੀ ਜਾਂਦੀ ਹੈ, ਔਰ ਬੰਦਾ ਜਿਹੜਾ ਅਖੀਰ ਜਰਜਰ ਹੋ ਜਾਂਦਾ, ਔਰ ਬੁਢਾਪੇ ਦੇ ਵਿੱਚ ਜਿਹੜਾ ਹੈ ਬੰਦਾ ਅਖੀਰ ਆਪਣੇ ਸਾਹ ਪੂਰੇ ਕਰਕੇ ਇਸ ਸੰਸਾਰ ਨੂੰ ਛੱਡ ਜਾਂਦਾ ਹੈ। ਅਤੇ ਇਹ ਇੱਕ ਗੰਢ ਖੁੱਲ੍ਹਦੀ ਹੈ ਜਦੋਂ ਇਹ ਦੇਹ ਛਿਜਦੀ ਹੈ, ਉਦੋਂ ਇੱਕ ਗੰਢ ਖੁੱਲ੍ਹ ਜਾਂਦੀ ਹੈ। ਅਤੇ ਗੁਰੂ ਸਾਹਿਬ ਕਹਿੰਦੇ ਆ, ਛੇਆ ਨਿਤ ਦੇਖੋ ਜਗ ਹੰਡ। ਆਲੇ ਦੁਆਲੇ ਤੁਸੀਂ ਦੇਖੋਗੇ ਨਾ, ਅਤੇ ਤੁਹਾਨੂੰ ਹਰ ਪਾਸੇ ਚਾਰੋਂ ਪਾਸੇ ਹੀ ਇਸ ਤਰ੍ਹਾਂ ਦੀ ਅਵਸਥਾ ਦਿਸੇਗੀ। ਜੱਗ ਦੇ ਨਾਲ ਇਸ ਤਰ੍ਹਾਂ ਦਾ ਹੀ ਕਾਰ ਵਿਹਾਰ ਹੁੰਦਾ, ਇਸ ਤਰ੍ਹਾਂ ਦਾ ਹੀ ਵਰਤਾਵ ਹੁੰਦਾ, ਇਸ ਤਰ੍ਹਾਂ ਦਾ ਹੀ ਉਹਨਾਂ ਦਾ ਜੀਵਨ ਚੱਲਦਾ ਹੋਇਆ ਤੁਹਾਨੂੰ ਦਿਖੇਗਾ ਕਿ ਸਾਰੇ ਜਿਹੜੇ ਵੀ ਜਾਏ ਆ ਉਹ ਅੱਜ ਕੱਲ੍ਹ ਹੋਰ ਸੀ, ਕੱਲ੍ਹ ਹੋਰ ਸੀ, ਥੱਲੇ ਥੱਲੇ ਡਿੱਗਦੇ ਡਿੱਗਦੇ ਅਖੀਰ ਨਰਕ ਦੇ ਵਿੱਚ ਪਹੁੰਚ ਗਏ, ਮ੍ਰਿਤੂ ਨੂੰ ਪ੍ਰਾਪਤ ਹੋ ਗਏ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਧੂਪ ਛਾਵ ਜੇ ਸਮ ਕਰ ਜਾਣੇ। ਇਹੀ ਰੂਹ ਜੇ ਪਰਮਾਤਮਾ ਦਾ ਨਾਮ ਲੈ ਕੇ, ਪਰਮਾਤਮਾ ਦਾ ਨਾਮ ਸਿਮਰਨ ਕਰਦੀ ਹੋਈ ਪਰਮਾਤਮਾ ਦੇ ਹੁਕਮ ਨੂੰ ਮੰਨੇ, ਅਤੇ ਧੁੱਪ ਛਾਂ ਭਾਵ ਦੁੱਖ ਸੁੱਖ
ਸਮ ਕਰ ਜਾਣੇ, ਦੁੱਖ ਵੀ ਪਰਮਾਤਮਾ ਦਾ ਸਮਝ ਲਵੇ ਕਿ ਪਰਮਾਤਮਾ ਦੇ ਹੁਕਮ ਸੀਗਾ ਤੇ ਮੇਰੇ ਕਿਸੇ ਕਰਮ ਦਾ ਲੱਗਿਆ, ਤੇ ਜੇ ਸੁੱਖ ਆ ਗਿਆ ਤਾਂ ਇਹ ਸਮਝ ਲਈਏ ਪਰਮਾਤਮਾ ਨੇ ਮੇਰੇ ਤੇ ਖੁਸ਼ੀ ਕੀਤੀ ਹੈ, ਕਿਸੇ ਚੰਗੇ ਕਰਮ ਦਾ ਫਲ ਸਾਨੂੰ ਮਿਲਿਆ। ਦੋਨਾਂ ਨੂੰ ਪਰਮਾਤਮਾ ਦਾ ਹੁਕਮ ਕਰਕੇ ਮੰਨੇ ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਗੁਰਮੁਖ ਪਿਆਰੀ ਰੂਹ ਜਿਹੜੀ ਹੈ ਨਾ, ਬੰਧਨ ਕਾਟ ਮੁਕਤ ਕਰ ਆਨੇ, ਉਸ ਰੂਹ ਦੇ ਬੰਧਨ ਜਿਹੜੇ ਆ 84 ਲੱਖ ਜੂਨੀਆਂ ਦੇ, ਇਸ ਸੰਸਾਰ ਦੇ ਵਿੱਚ ਸਾਨੂੰ ਸੰਸਾਰ ਦੇ ਕਰਮਾਂ ਦੇ ਬੰਧਨ ਲੱਗੇ ਹੋਏ ਆ, ਔਰ 4 ਪ੍ਰਕਾਰ ਦੀ ਸਾਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਪਰਮਾਤਮਾ ਦੇ ਨਾਮ ਸਿਮਰਨ ਨਾਲ, ਗੁਰੂ ਦੀ ਕਿਰਪਾ ਨਾਲ। 5ਵੀਂ ਜਿਹੜੀ ਕੁਵਲਿਆ ਮੋਕਸ਼ ਜਿਹੜੀ ਹੈ ਉਹ ਪਰਮਾਤਮਾ ਦੇ ਦੁਆਰੇ ਸੱਚਖੰਡ ਦੇ ਉੱਤੇ ਮ੍ਰਿਤੂ ਤੋਂ ਬਾਅਦ ਹੁੰਦੀ ਹੈ। ਉੱਥੇ ਜਾ ਕੇ ਪਰਮਾਤਮਾ ਉਸ ਨੂੰ ਆਰਡਰ ਕਰ ਦਿੰਦਾ ਵੀ ਹੁਣ ਤੂੰ ਸੰਸਾਰ ਦੇ ਵਿੱਚ ਨਹੀਂ ਜਾਣਾ, ਹੁਣ ਤੇਰਾ ਠਿਕਾਣਾ ਮੇਰੇ ਸੱਚਖੰਡ ਦਾ ਦੁਆਰਾ ਹੈ, ਇੱਥੇ ਬੈਠ ਕੇ ਨਾਮ ਸਿਮਰਨ ਕਰ। ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਰੂਹ ਬੰਧਨ ਕੱਟ ਕੇ ਪਰਮਾਤਮਾ ਦੇ ਨਾਮ ਸਿਮਰਨ ਨਾਲ ਮੁਕਤ ਪ੍ਰਾਪਤ ਕਰਕੇ ਆਪਣੇ ਘਰ ਦੇ ਵਿੱਚ ਚਲੀ ਜਾਂਦੀ ਹੈ। ਇਹ ਘਰ ਜਿਹੜਾ ਸਾਡੀ ਰੂਹ ਦਾ ਪਰਮਾਤਮਾ ਕੋਲੋਂ, ਸਾਡੀ ਰੂਹ ਜਿਹੜੀ ਹੈ ਅਲੱਗ ਕਰਕੇ ਜੋਤ ਚੋਂ ਪਰਮਾਤਮਾ ਨੇ ਸਾਡੀ ਜੋਤ ਬਣਾਈ ਹੈ, ਔਰ ਕਾਇਆ ਦੇ ਕੇ ਸਰੀਰ ਦੇ ਕੇ ਵਿੱਚ ਹਿਰਦੇ ਗੁਫਾ ਦੇ ਅੰਦਰ ਸਾਡੀ ਜੋਤ ਨੂੰ ਰੱਖ ਦਿੱਤਾ, ਔਰ ਸਾਨੂੰ ਸੰਸਾਰ ਦੇ ਵਿੱਚ ਭੇਜ ਦਿੱਤਾ ਕਿ ਦੂਜਾ ਕਰਮ ਕਰਨਾ ਹੈ। ਜੇ ਚੰਗੇ ਕਰਮ ਕਰੇਗਾ, ਜੇ ਪਰਮਾਤਮਾ ਦਾ ਨਾਮ ਸਿਮਰਨ ਕਰੇਗਾ ਤੇ ਮੈਨੂੰ ਪ੍ਰਾਪਤ ਕਰ ਲਏਗਾ, ਜੇ ਤੂੰ ਪਾਪ ਕਰਮ ਕਰੇਗਾ, ਮੈਨੂੰ ਵਿਸਾਰਾ ਕਰ ਦੇਗਾ, ਭੁੱਲ ਜਾਏਗਾ, ਤੇ ਫਿਰ ਤੈਨੂੰ 84 ਲੱਖ ਜੂਨੀਆਂ ਦਾ ਭੋਗ ਲੱਗੇਗਾ। ਜੂਨੀਆਂ ਦੇ ਵਿੱਚ ਬਾਰ-ਬਾਰ ਜੰਮਣਾ ਮਰਨਾ ਪਏਗਾ। ਇਹ ਔਰ ਬਾਰ-ਬਾਰ ਜੰਮਣਾ ਮਰਨਾ ਹੀ ਐਡਾ ਵੱਡਾ ਦੁੱਖ ਹੈ ਕਿ ਇਹਦਾ ਛੁਟਕਾਰਾ ਹੁੰਦਾ ਹੀ ਨਹੀਂਗਾ, ਅਨੇਕਾਂ ਜਨਮਾਂ ਤੱਕ ਨਹੀਂ ਹੁੰਦਾ ਜਦੋਂ ਕਿਤੇ ਸਤਿਗੁਰੂ ਦੀ ਫਿਰ ਕਿਰਪਾ ਨਾ ਹੋਵੇ। ਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਛਾਇਆ ਛੂਛੀ ਜਗਤ ਭੁਲਾਣਾ। ਇਹ ਛੂਛੀ ਜਿਹੜੀ ਹੈ ਨਾ, ਸੰਸਾਰ ਦੀ ਖੇਲ ਜਿਹੜੀ ਹੈ, ਇਹ ਛਾਇਆ ਜਿਹੜੀ ਛੂਛੀ ਹੈ, ਇਹਦੇ ਵਿੱਚ ਜਗਤ ਭੁੱਲਿਆ ਫਿਰਦਾ ਹੈ। ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਪਰਮਾਤਮਾ ਵੀ ਕੁਛ ਚੀਜ਼ ਹੈ। ਇਹ ਮਾਇਆ ਦੇ ਚੱਕਰ 'ਚ ਇਹ ਕਹਿੰਦਾ ਕਿ ਜੋ ਕਮਾ ਲਿਆ ਖੱਟ ਲਿਆ, ਜਿੰਨੇ ਕਮਾ ਲਏ ਪੁੱਤ ਧੀਆਂ ਨੂੰ ਲਿਆ ਕੇ ਵਰਤਾਤੇ, ਵੰਡਤੇ, ਚੰਗੀਆਂ ਚੰਗੀਆਂ ਚੀਜ਼ਾਂ ਬਣਾ ਕੇ ਦਿੱਤੀਆਂ, ਬਸ ਇਹੀ ਪਰਮਾਤਮਾ ਦਾ ਖੇਲ ਹੈ। ਨਹੀਂ ਨਹੀਂ ਭਾਈ, ਪਰਮਾਤਮਾ ਨੇ ਸਾਨੂੰ ਇਸ ਵਾਸਤੇ ਨਹੀਂ ਭੇਜਿਆ ਪੁੱਤਰ ਧੀਆਂ ਪਾਲਣ ਵਾਸਤੇ। ਪਰਮਾਤਮਾ ਨੇ ਸਾਨੂੰ ਕੀ ਭੇਜਿਆ? ਸਾਡੀ ਰੂਹ ਨੂੰ ਭੇਜਿਆ। ਸਮਾਧ ਲੋਕ ਦੇ ਵਿੱਚ ਜਾ ਕੇ ਮੇਰਾ ਨਾਮ ਸਿਮਰਨ ਕਰੀ, ਔਰ ਮੇਰੇ ਨਾਮ ਦੇ ਸਿਮਰਨ ਦੇ ਸਦਕਾ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋਏਗੀ, ਤੇਰੇ ਦੁੱਖ ਰੋਗ ਕਲੇਸ਼ ਕੱਟੇ ਜਾਣਗੇ, ਔਰ ਤੂੰ ਪਰਮ ਪਿਤਾ ਪਰਮਾਤਮਾ ਦੀ ਖੁਸ਼ੀ ਦੇ ਵਿੱਚ ਆ ਕੇ ਜਦੋਂ ਤੂੰ ਨਾਮ ਸਿਮਰਨ ਕਰੇਗਾ, ਤੇਰੀ ਕੁਵਲਿਆ ਮੋਕਸ਼ ਦੀ ਤੈਨੂੰ ਸੰਸਾਰ ਦੇ ਵਿੱਚ ਬੈਠਿਆਂ ਹੀ ਪ੍ਰਾਪਤੀ ਹੋ ਜਾਏਗੀ। ਸੰਤ ਪੁਰਸ਼ਾਂ ਨੂੰ ਇਸ ਤਰ੍ਹਾਂ ਦੀ ਅਵਸਥਾ ਬਣਦੀ ਹੈ। ਔਰ ਫਿਰ ਜਦੋਂ ਤੇਰੇ ਸਾਸਾਂ ਦੀ ਪੂੰਜੀ ਜਿਹੜੀ ਹੈ ਉਹ ਖਤਮ ਹੋ ਜਾਏਗੀ, ਤੇਰੇ ਸਾਸ ਖਤਮ ਹੋ ਜਾਣਗੇ, ਉਦੋਂ ਮੇਰੇ ਦੇਵਤੇ ਤੈਨੂੰ ਸੱਚਖੰਡ ਦੇ ਦੁਆਰੇ ਦੇ ਉੱਤੇ ਲਿਆ ਕੇ ਮੇਰੇ ਦਰਬਾਰ ਦੇ ਵਿੱਚ, ਮਹਿਲ ਦੇ ਵਿੱਚ, ਸੱਚਖੰਡ ਦੇ ਵਿੱਚ ਤੈਨੂੰ ਆਸਣ ਦੇਣਗੇ। ਉੱਥੇ ਤੂੰ ਆਸਣ ਪ੍ਰਾਪਤ ਕਰਕੇ ਫਿਰ ਨਾਮ ਸਿਮਰਨ ਕਰਦਾ ਰਹੀ, ਔਰ ਪਰਮਾਤਮਾ ਦੇ ਦਰਸ਼ਨ ਕਰਦਾ ਰਹੀ। ਐਸੀ ਅਵਸਥਾ ਹੈ ਗੁਰੂ ਸਾਹਿਬ ਨੇ, ਪਰਮਾਤਮਾ ਨੇ ਬਣਾਈ ਹੋਈ। ਤੇ ਅੱਗੇ ਗੁਰੂ ਸਾਹਿਬ ਕਹਿੰਦਾ, ਭਾਈ ਲਿਖਿਆ ਕਿਰਤ ਧੁਰੇ ਪਰਵਾਨਾ। ਇਹ ਸਾਰਾ ਕਰਮ ਜਿਹੜਾ ਹੈ ਨਾ, ਕਿਸੇ ਨੂੰ ਭਗਤ ਨੂੰ ਭਗਤੀ ਐਵੇਂ ਨਹੀਂ ਪ੍ਰਾਪਤ ਹੋ ਜਾਂਦੀ। ਇਹ ਪੂਰਬਲੇ ਕਰਮਾਂ ਦਾ ਫਲ ਹੁੰਦਾ ਹੈ। ਪਿਛਲੀ ਭਗਤੀ ਜਿਹੜੀ ਹੈ ਸਾਡੀ, ਪਿਛਲੇ ਜੀਵਨ ਦੇ ਵਿੱਚ ਅਸੀਂ ਜਿੰਨੀ ਹੈ ਉਨੀ ਕਾਇਮ ਹੈ। ਜਿਵੇਂ ਬੈਂਕ ਦੇ ਵਿੱਚ ਬਲੈਸ ਜਮ੍ਹਾਂ ਹੁੰਦਾ, ਸਾਡਾ ਵੀ ਜਮ੍ਹਾਂ ਹੋ ਜਾਂਦਾ ਭਗਤਾਂ ਦਾ। ਅਗਲੇ ਜਨਮ 'ਚ ਫਿਰ ਭਗਤ ਜਿਹੜੇ ਆ ਸੰਸਾਰ ਦੇ ਉੱਤੇ ਪਰਮਾਤਮਾ ਭੇਜਦਾ ਕਿ ਹੋਰ ਮੇਰਾ ਨਾਮ ਸਿਮਰਨ ਕਰੋ, ਹੋਰ ਲੋਕਾਂ ਨੂੰ ਸਿਮਰਨ ਕਰਾਓ, ਹੋਰ ਲੋਕਾਂ ਨੂੰ ਜਪ ਕਰਾਓ, ਹੋਰ ਲੋਕਾਂ ਨੂੰ ਰਸਤਾ ਦੱਸੋ ਸੱਚ ਦਾ ਕਿ ਪਰਮਾਤਮਾ ਕੀ ਚੀਜ਼ ਹੈ। ਭਾਈ ਮਾਇਆ ਤੋਂ ਬਚਾਓ, ਪਾਪਾਂ ਤੋਂ ਬਚਾਓ, ਬੁਰਾਈਆਂ ਤੋਂ ਬਚਾਓ, ਅਵਗੁਣਾਂ ਤੋਂ ਬਚਾਓ, ਔਰ ਗੁਣਾਂ ਦੀ ਭਰਪੂਰੀ ਜਿਹੜੀ ਹੈ ਪਰਮਾਤਮਾ ਦੀ ਕਿਰਪਾ ਨਾਲ ਪ੍ਰਾਪਤ ਕਰੋ। ਇਹ ਸੰਤ ਪੁਰਸ਼ਾਂ ਨੂੰ ਪਰਮਾਤਮਾ ਫਿਰ ਭੇਜਦਾ ਹੈ। ਫਿਰ ਉਹ ਜਿੱਥੋਂ ਭਗਤੀ ਪਿਛਲੇ ਜਨਮ ਦੇ ਵਿੱਚ ਖਤਮ ਹੋਈ ਸੀ, ਉੱਥੋਂ ਹੀ ਸ਼ੁਰੂ ਹੋ ਕੇ ਫਿਰ ਅੱਗੇ ਭਗਤੀ ਹੁੰਦੀ ਹੈ ਭਗਤਾਂ ਦੀ, ਔਰ ਉਹ ਆਪਣੇ ਜੀਵਨ ਦੇ ਵਿੱਚ ਫਿਰ ਭਗਤੀ ਕਰਦੇ ਆ। ਔਰ ਜਿੰਨਾ ਚਿਰ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਉਹਨਾਂ ਸੰਤਾਂ ਪੁਰਸ਼ਾਂ ਨੂੰ ਬਾਰ-ਬਾਰ ਭੇਜਦਾ ਰਹਿੰਦਾ ਸੰਸਾਰ ਦਾ ਭਲਾ ਕਰਨ ਵਾਸਤੇ। ਤੇ ਜੇ ਪਰਮਾਤਮਾ ਦੀ ਮਰਜ਼ੀ ਹੋਵੇ ਤੇ ਉਹਨਾਂ ਨੂੰ ਆਪਣੀ ਜੋਤ ਦੇ ਵਿੱਚ ਅਭੇਦ ਕਰਕੇ ਪਰਮਾਤਮਾ ਨਾਲ ਮਿਲਨ ਹੋ ਜਾਂਦਾ ਉਸ ਜੋਤ ਦਾ। ਇਹ ਅਵਸਥਾ ਹੈ। ਗੁਰੂ ਸਾਹਿਬ ਕਹਿੰਦੇ ਆ, ਭਾਈ ਇਹ ਹੁੰਦਾ ਕਿਵੇਂ ਹੈ? ਉਸ ਪਰਮਪਿਤਾ ਪਰਮਾਤਮਾ ਦੇ ਨਾਲ ਹੁਕਮ ਹੁੰਦਾ ਹੈ, ਪਰਵਾਨਾ ਹੁੰਦਾ ਹੈ ਕਿ ਫਲਾਣੇ ਬੰਦੇ ਦੇ ਕਰਮ ਦੇ ਵਿੱਚ ਭਗਤੀ ਲਿਖੀ ਹੋਈ ਹੈ, ਫਲਾਣੇ ਕਰਮ ਦੇ ਵਿੱਚ ਫਲਾਣਾ ਕਰਮ ਲਿਖਿਆ ਹੋਇਆ, ਫਲਾਣੇ ਬੰਦੇ ਦੇ ਮੱਥੇ ਦੇ ਉੱਤੇ ਫਲਾਣੀ ਲਿਖਤ ਲਿਖੀ ਹੋਈ ਹੈ ਕਿ ਉਹਦੇ ਨਾਲ ਆਹ ਵਾਪਰੇਗਾ। ਇਹ ਸਾਰਾ ਪਰਵਾਨਾ ਜਿਹੜਾ ਨਾ ਪਰਮਾਤਮਾ ਵੱਲੋਂ ਪਹਿਲਾਂ ਹੀ ਸਾਡੇ ਮਸਤਕ ਦੇ ਉੱਤੇ ਲਿਖਿਆ ਹੁੰਦਾ ਹੈ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਹੁਣ ਗੁਰੂ ਬਖਸ਼ਿਸ਼ ਕਰਦੇ ਹੈ, ਛੀਜੈ ਜੋਵਣ ਜਰੂਆ ਸਿਰ ਕਾਲ।
ਛੀਜੈ ਜੋਬਨ, ਜੋਬਨ ਜਿਹੜਾ ਸਾਡਾ ਨਾ ਜਿਹੜਾ ਪਹਿਲਾਂ ਬੱਚਾ ਸੀ ਉਸ ਨੂੰ ਜਵਾਨੀ ਆਈ, ਜਵਾਨੀ ਤੋਂ ਢਲਦਾ ਢਲਦਾ ਅਧਖੜ ਅਵਸਥਾ ਦੇ ਵਿੱਚ ਆ ਗਿਆ, ਅਧਖੜ ਤੋਂ ਅਵਸਥਾ ਤੋਂ ਫਿਰ ਉਹ ਹੋਰ ਢਲਦਾ ਢਲਦਾ ਬੁਢਾਪੇ ਵੱਲ ਨੂੰ ਆ ਗਿਆ। ਅਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਕਿ ਉਹਦਾ ਜੀਵਨ ਜਿਹੜਾ ਹੈ ਛਿਜਦਾ ਗਿਆ, ਘਟਦਾ ਗਿਆ, ਘਟਦਾ ਗਿਆ। ਜਰੂਆ ਸਿਰ ਕਾਲ, ਜਰੂਆ ਕਹਿੰਦੇ ਆ ਬੁਢਾਪੇ ਨੂੰ, ਅਤੇ ਬੁਢਾਪਾ ਸਾਡੇ ਸਿਰ 'ਤੇ ਆ ਗਿਆ। ਉਹ ਕਾਲ ਦੀ ਨਿਸ਼ਾਨੀ ਹੈ ਕਿ ਹੁਣ ਮ੍ਰਿਤੂ ਤੇਰੀ ਹੋਣ ਵਾਲੀ ਹੈ। ਇਹ ਕਾਲ ਜਿਹੜਾ ਸਾਨੂੰ ਦੱਸਦਾ ਹੈ, ਸਮਝਾਉਂਦਾ ਹੈ। ਸਾਡੇ ਵਾਲ ਚਿੱਟੇ ਹੋ ਜਾਂਦੇ ਆ, ਸਾਡੇ ਕੰਨ ਸੁਣਨੋਂ ਬੰਦ ਹੋ ਜਾਂਦੇ ਆ, ਸਾਡੇ ਦੰਦ ਨਿਕਲਣੇ ਸ਼ੁਰੂ ਹੋ ਜਾਂਦੇ ਆ, ਚੱਬਣਾ ਬੰਦ ਹੋ ਜਾਂਦਾ ਹੈ, ਸਾਡੀਆਂ ਅੱਖਾਂ ਜਵਾਬ ਦੇ ਜਾਂਦੀਆਂ, ਸਾਡੇ ਤੋਂ ਤੁਰਿਆ ਨਹੀਂ ਜਾਂਦਾ। ਸਾਡੇ ਤੋਂ ਇਹ ਨਿਸ਼ਾਨੀਆਂ ਪਰਮਾਤਮਾ ਦਿੰਦਾ, ਭਾਈ ਹੁਣ ਬੁਢਾਪਾ ਤੇਰੇ 'ਤੇ ਆ ਗਿਆ, ਥੋੜ੍ਹੇ ਦਿਨ ਰਹਿੰਦੇ, ਹਾਲੇ ਵੀ ਨਾਮ ਸਿਮਰਨ ਕਰ ਲੈ। ਅਤੇ ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਵੀ ਇਹ ਬੁਢਾਪਾ ਜਿਹੜਾ ਹੈ ਨਾ ਕਾਲ ਦਾ ਰੂਪ ਬਣ ਜਾਂਦਾ ਹੈ। ਸਾਡੇ ਸਿਰ 'ਤੇ ਕਾਲ ਮ੍ਰਿਤੂ ਮੰਡਰਾਉਂਦੀ ਹੈ, ਔਰ ਮ੍ਰਿਤੂ ਇਹ ਦੇਖਦੀ ਹੈ ਕਿ ਇਹਦੇ ਕਦੋਂ ਸਾਹ ਪੂਰੇ ਹੋਣ ਅਤੇ ਅਸੀਂ ਇਸ ਨੂੰ ਬਾਹਰ ਫੜ ਕੇ, ਇਸ ਕੇਸਾਂ ਤੋਂ ਫੜ ਕੇ ਅਤੇ ਅਸੀਂ ਧਰਮਰਾਜ ਦੇ ਦੁਆਰੇ 'ਤੇ ਪੇਸ਼ ਕਰੀਏ। ਜਮਦੂਤ ਇਹ ਵੇਖਦੇ ਹੀ ਰਹਿੰਦੇ ਆ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਕਾਇਆ ਛੀਜੈ ਭਈ ਸਿਵਾਲ। ਅਤੇ ਇਸ ਤਰ੍ਹਾਂ ਦੇ ਨਾਲ ਇਹ ਸਾਡੀ ਕਾਇਆ ਜਿਹੜੀ ਹੈ ਨਾ ਹੌਲੀ ਹੌਲੀ ਘਟਦੀ ਘਟਦੀ, ਛਿਜਦੀ ਛਿਜਦੀ, ਮਤਲਬ ਐਸੀ ਅਵਸਥਾ ਦੇ ਵਿੱਚ ਆ ਜਾਂਦੀ ਹੈ ਕਿ ਜਿਵੇਂ ਪਾਣੀ ਦੇ ਵਿੱਚ ਸਲਾਬਾ, ਪਾਣੀ ਕੰਧਾਂ 'ਤੇ ਸਲਾਬ ਹੁੰਦੀ ਹੈ ਨਾ ਪਾਣੀ ਦੀ, ਅਤੇ ਪਾਣੀ ਦੀ ਸਲਾਬ ਦੇ ਨਾਲ ਕੰਧਾਂ ਦੇ ਉੱਤੇ ਹਰੇਵਾਈ ਜਿਹੜੀ ਹੈ ਜਿਲਬ ਜਿਹਨੂੰ ਅਸੀਂ ਕਹਿੰਦੇ ਹਾਂ, ਗੁਰੂ ਸਾਹਿਬ ਨੇ ਉਸ ਨੂੰ ਸਿਵਾਲ ਕਿਹਾ। ਉਹ ਸਿਵਾਲ ਰੂਪ ਧਾਰਨ ਕਰ ਜਾਂਦਾ ਸਾਡਾ ਜੀਵਨ। ਐਸੀ ਅਵਸਥਾ ਸਾਡੀ ਬਣ ਜਾਂਦੀ ਹੈ ਕਿ ਸਾਡੀ ਰੂਹ ਜਿਹੜੀ ਹੈ ਨਕਾਰਾ ਹੋ ਜਾਂਦੀ ਹੈ, ਕਿਸੇ ਕੰਮ ਦੀ ਨਹੀਂ ਰਹਿੰਦੀ। ਉਹ ਪਾਪਾਂ ਦੋਸ਼ਾਂ ਦੇ, ਰੋਗਾਂ ਕਸ਼ਟਾਂ ਦੇ ਬੋਝ ਦੇ ਵਿੱਚ ਦਬੀ ਹੋਈ ਜਿਹੜੀ ਹੈ ਉਹ ਜਮਾਂ ਦੀ ਮਾਰ ਸਹਿੰਦੀ ਹੈ। ਧਰਮਰਾਜ ਦੇ ਦੁਆਰੇ 'ਤੇ ਜਾ ਕੇ ਉਸ ਨੂੰ 84 ਲੱਖ ਜੂਨੀਆਂ ਦਾ ਭੋਗ ਵੀ ਸਹਿਣਾ ਪੈਂਦਾ ਹੈ, ਔਰ ਐਸੇ ਤਸੀਹੇ ਸਹਿਣੇ ਪੈਂਦੇ ਹੈ ਕਿ ਜਿਹੜੇ ਬੜੇ ਕਸ਼ਟਦਾਈ ਹੈ। ਭਾਵੇਂ ਇਹ ਜੋਤ ਸਾਡੀ ਜਿਹੜੀ ਹੈ ਅਮਰ ਹੈ, ਇੱਕੋ ਹੀ ਵਾਰੀ ਪੈਦਾ ਹੋਈ ਹੈ ਅਤੇ ਲਗਾਤਾਰ ਚੱਲਦੀ ਰਹਿੰਦੀ ਹੈ। ਬਾਰ-ਬਾਰ ਜਨਮ ਸਾਨੂੰ ਚੋਲਾ ਬਦਲਦੀ ਰਹਿੰਦੀ ਹੈ ਇਹ ਰੂਹ, ਪਰ ਬਾਰ-ਬਾਰ ਜਨਮ ਮਿਲਦਾ ਹੈ, ਪਰ ਰੂਹ ਸਾਡੀ ਉਹੀ ਹੈ ਜਿਹੜੀ ਪਹਿਲਾਂ ਤੋਂ ਸ਼ੁਰੂ ਤੋਂ ਪਰਮਾਤਮਾ ਨੇ ਬਣਾਈ ਸੀ। ਪਰ ਇਹ ਪਰਮਾਤਮਾ ਦੀ ਕਿਰਪਾ ਹੈ ਕਿ ਜਦੋਂ ਇਹ ਨਰਕ ਦੇ ਵਿੱਚ ਪੈਂਦੀ ਹੈ ਨਾ ਅਤੇ ਇਹਨੂੰ ਇਹ ਤਸੀਹੇ ਝੱਲਣੇ ਪੈਂਦੇ ਆ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਨਾਲ ਗੁਰੂ ਸਾਹਿਬ ਕਹਿੰਦੇ ਆ ਵੀ ਕਾਇਆ ਛੀਜੈ ਭਈ ਸਿਵਾਲ। ਤੋ ਸਾਧ ਸੰਗਤ ਜੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਜਿਹੜੀ ਹੈ ਸਾਨੂੰ ਇਸ ਤਰ੍ਹਾਂ ਨਾਲ ਪਰਮਾਤਮਾ ਦਾ ਰਸਤਾ, ਸੱਚ ਦਾ ਰਸਤਾ ਸਮਝਾਉਂਦੀ ਹੈ, ਔਰ ਸਾਨੂੰ ਇਹ ਸਮਝਾਉਂਦੀ ਹੈ ਕਿ ਭਾਈ ਨਾਮ ਅੰਮ੍ਰਿਤ ਇੱਕ ਐਸੀ ਚੀਜ਼ ਹੈ ਕਿ ਜਿਹੜਾ ਸਾਰੇ ਸੁੱਖਾਂ ਦਾ ਖਜ਼ਾਨਾ ਹੈ, ਨੌ ਨਿਧਾਂ ਦਾ ਖਜ਼ਾਨਾ ਹੈ, ਭੰਡਾਰਿਆਂ ਦਾ ਖਜ਼ਾਨਾ ਹੈ। ਹਰ ਪ੍ਰਕਾਰ ਨਾਲ ਮਤਲਬ ਇਹ ਰੂਹ ਨੂੰ ਸਹਾਈ ਹੁੰਦਾ। ਇੱਥੋਂ ਤੱਕ ਕਿ ਪਰਮਾਤਮਾ ਨਾਲ ਵੀ ਇਸ ਰੂਹ ਦਾ ਮਿਲਨ ਹੋ ਜਾਂਦਾ ਹੈ ਇਸ ਨਾਮ ਸਿਮਰਨ ਦੇ ਸਦਕਾ। ਤੋਂ ਸਾਧ ਸੰਗਤ ਜੀ, ਕੋਸ਼ਿਸ਼ ਕਰਿਆ ਕਰੋ ਕਿ ਗੁਰੂ ਤੋਂ ਨਾਮ ਲੈ ਕੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਪੰਜ ਪਿਆਰਿਆਂ ਤੋਂ ਨਾਮ ਪ੍ਰਾਪਤ ਕਰਕੇ ਨਾਮ ਸਿਮਰਨਾ ਕਰਿਆ ਕਰੋ, ਤਾਂ ਕਿ ਸਾਡਾ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਵੇ, ਔਰ ਅਸੀਂ ਖੁਸ਼ੀ ਜਿਹੜਾ ਇਸ ਸੰਸਾਰ ਦੇ ਉੱਤੋਂ ਜੀਵਨ ਜਿਉਂਦੇ ਹੋਏ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਈਏ, ਜਿੱਥੇ ਪਰਮਪਿਤਾ ਪਰਮਾਤਮਾ ਸਾਡਾ ਮਾਣ ਸਤਿਕਾਰ ਕਰੇਗਾ। ਇੰਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।